ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਗੁਰਪੂਰਾ ਭੇਟਿਓ ਵਡ ਭਾਗੀ ਮਨੇ ਪਿਆ ਪਰਗਾਸਾ। ਕੋਇ ਨ ਪੋਚਨ ਹਾਰਾ ਦੂਜਾ अपने साहिब का परवासा। अपने सतगुर कै बलिहारे आगे सुख पाछे सुख सहजा। कार्य आनंद हमारे अंतर्जामी करने हारा सोई खसम हमारा। ਨਿਰਭਉ ਭੈ ਗੁਰ ਚਰਨੀ ਲਾਗੇ ਇਕ ਰਾਮ ਨਾਮ ਆਧਾਰਾ। ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਬਿਓਣ ਹਾਰਾ। ਕੰਠ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ। ਵੱਡੀ ਵਡਿਆਈ ਅਚਰਜ ਸ਼ੋਭਾ ਕਾਰਜ ਆਇਆ ਰਾਸੇ। ਨਾਨਕ ਕਾ ਗੁਰਪੂਰਾ ਭੇਟਿਓ ਸਗਲੇ ਦੁਖ ਬਿਨਾਸੇ। ਜੀ ਨਾਨਕ ਕੋ ਗੁਰਪੂਰਾ ਭੇਟਿਓ ਸਗਲੇ ਦੁਖ ਬਿਨਾਸੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਪਾਰ ਬਖਸ਼ਿਸ਼ ਹੋਈ ਹੈ। ਅਸੀਂ ਮਿਲ ਬੈਠ ਕੇ ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਨਾਲ ਜੁੜ ਕੇ ਆਪਣੇ ਇਸ ਜੀਵਨ ਦੇ ਮਨੋਰਥ ਨੂੰ ਸਫਲਾ ਕਰ ਰਹੇ ਹਾਂ। ਗੁਰੂ ਮਹਾਰਾਜ ਨੇ ਆਪ ਸਭ 'ਤੇ ਬੜੀ ਬਖਸ਼ਿਸ਼ ਰਹਿਮਤ ਕੀਤੀ ਹੈ। ਜੋ ਨਿਤਾ ਪ੍ਰਤੀ ਆਪ ਅੰਮ੍ਰਿਤ ਵੇਲੇ ਜਾ ਕੇ ਸਤਿਗੁਰੂ ਦੀ ਮੁਕੱਦਸ ਬਾਣੀ ਦਾ ਜਸ ਗਾਇਨ ਕਰਕੇ ਆਪਣੇ ਜੀਵਨ ਦੇ ਉਸ ਪ੍ਰਯੋਜਨ ਨੂੰ ਸਫਲਾ ਕਰ ਰਹੇ ਹੋ ਜੋ ਮਹਾਰਾਜ ਨੇ ਕਿਹਾ ਆਇਓ ਸੁਣਨ ਪੜ੍ਹਨ ਕੋ ਬਾਣੀ। ਉਸ ਪ੍ਰਯੋਜਨ ਨੂੰ ਲੈ ਕੇ ਆਪ ਆਪਣੀ ਜੀਵਨ ਦੀ ਉਸ ਯਾਤਰਾ ਨੂੰ ਸਫਲ ਕਰ ਰਹੇ ਹੋ ਜਿਹੜੀ ਯਾਤਰਾ ਤੁਹਾਨੂੰ ਉਸ ਧੁਰ ਦਰਗਾਹ ਤੱਕ ਮਹਾਰਾਜ ਲੈ ਕੇ ਜਾਂਦੇ ਹਨ। ਸੋ ਆਓ ਚੱਲ ਰਹੀ ਲੜੀਵਾਰ ਵਿਚਾਰ ਜੋ ਲਾਵਾਂ ਦੀ ਵਿਚਾਰ ਧੰਨ ਗੁਰੂ ਰਾਮਦਾਸ ਪਾਤਸ਼ਾਹ ਸੂਹੀ ਰਾਗ ਦੇ ਅੰਦਰ ਜੋ 4 ਪੌੜੀਆਂ ਦੇ ਵਿੱਚ ਇਹ ਵਿਚਾਰ ਹੈ ਉਸ ਨੂੰ ਅਸੀਂ ਸਰਵਣ ਕਰਨਾ ਹੈ। ਤੋ ਲਾਵਾਂ 2 ਅਸੀਂ ਪਾਠ 2 ਪੌੜੀਆਂ ਅਸੀਂ ਮਿਲ ਬੈਠ ਕੇ ਵਿਚਾਰ ਕੀਤੀਆਂ ਹਨ। ਅੱਜ ਤੀਜੀ ਪੌੜੀ ਦੀ ਵਿਚਾਰ ਗੁਰੂ ਸਾਹਿਬ ਬਖਸ਼ਿਸ਼ ਕਰਨ ਮਿਲ ਬੈਠ ਕੇ ਅਸੀਂ ਸਾਂਝ ਕਰਾਂਗੇ। ਵਿਚਾਰਾਂ ਆਰੰਭਣ ਤੋਂ ਪਹਿਲਾਂ ਮੈਂ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਾਂਗਾ ਭਾਈ ਅਸੀਂ ਖਾਲੀ ਗਿਣਤੀ ਬਣਾਉਣ ਵਾਸਤੇ ਨਹੀਂ ਬੈਠਣਾ। ਜੇ ਜਾਗੇ ਹੋ ਤੇ ਘੱਟੋ ਘੱਟ ਕੈਮਰਾ ਔਨ ਕਰਕੇ ਸੁਚੇਤ ਹੋ ਕੇ ਬੈਠੋ ਕਿਉਂਕਿ ਇੱਥੇ ਸੁਚੇਤ ਹੋ ਕੇ ਹੀ ਸੁਰਤ ਦੀ ਹਾਜ਼ਰੀ ਦੀ ਹੈ, ਗਿਣਤੀ ਦੀ ਹਾਜ਼ਰੀ ਨਹੀਂ ਹੈ, ਸਰੀਰਾਂ ਦੀ ਹਾਜ਼ਰੀ ਨਹੀਂ। ਸਰੀਰ ਲੈ ਆਇਓ ਚੰਗੀ ਗੱਲ ਹੈ ਪਰ ਜੇ ਇਕਾਗਰ ਹੋ ਕੇ ਸੁਣੋਗੇ ਤੇ ਤਾਂ ਲਾਭ ਹੈ, नहीं तो सामने सो जाओ या कैमरा ऑफ कर दो तो कोई लाभ नहीं है। तो मैं बड़े प्यार सहित बेनती कराँगा कि जे विचार आप सरवण करना चाहते हो तो कैमरा ऑन करके बैठो जितने भी शरीर हो ताकि बाणी की सानू समझ पै सके और जड़े इधर उधर साढ़े विचार जाते ने ये हिर तेर छड्ड तू गुरु का शब्द पछाण। तो गुरु के शब्द के नाल असीं सांझ पाईए। आओ मन बिरती इकागर करते हुए सारे रसना नूं पवित्र करते हुए
ਗੱਜ ਵੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਜੇ ਕੋਈ ਰਹਿ ਗਿਆ ਉਹ ਵੀ ਰਸਨਾ ਨੂੰ ਪਵਿੱਤਰ ਕਰੇ, ਪਿਆਰ ਨਾਲ ਆਖੇ ਸਤਨਾਮ ਸ੍ਰੀ ਵਾਹਿਗੁਰੂ। ਧੰਨ ਧੰਨ ਗੁਰੂ ਨਾਨਕ ਪਾਤਸ਼ਾਹ, ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ, ਜੋ ਅਸੀਂ ਇਹ ਕਾਰਜ ਜੋ ਮਹਾਰਾਜ ਨੇ ਆਪਣੀ ਬਖਸ਼ਿਸ਼ ਦੇ ਸਦਕੇ ਸਾਨੂੰ ਸੇਵਾ ਲਾਈ ਹੈ, ਅੱਜ ਅਸੀਂ ਤੀਜੀ ਪੌੜੀ ਦੀ ਵਿਚਾਰ ਅਸੀਂ ਮਿਲ ਬੈਠ ਕੇ ਸਾਂਝ ਕਰਦੇ ਹਾਂ। ਗੁਰੂ ਮਹਾਰਾਜ ਅੱਜ ਕੀ ਬਖਸ਼ਿਸ਼ਾਂ ਸਾਡੀ ਝੋਲੀ ਵਿੱਚ ਪਾਉਂਦੇ ਹਨ। ਜਿਸ ਤਰ੍ਹਾਂ ਅਸੀਂ ਪਹਿਲੀ 2 ਪੌੜੀਆਂ ਦੇ ਅੰਦਰ ਅਸੀਂ ਵਿਚਾਰ ਕੀਤੀ ਸੀ ਕਿ ਪਹਿਲੀ ਪੌੜੀ ਦੇ ਵਿੱਚ ਜਦੋਂ ਜੀਵ ਇਸਤਰੀ, ਇਹ ਦੋਨੋਂ ਭਾਵ ਲੈ ਲਓ ਕਿ ਅਸੀਂ ਆਤਮਾ ਵਾਂ, ਅਸੀਂ ਸਰੀਰ ਨਹੀਂ ਹਾਂ। ਪਹਿਲੇ ਇਹ ਕਨਸੈਪਟ ਨੂੰ ਸਮਝ ਲਓ, ਅਸੀਂ ਸਰੀਰ ਨਹੀਂ ਹਾਂ, ਅਸੀਂ ਮਨ ਹਾਂ, ਆਤਮਾ ਵਾਂ। ਅਤੇ ਅਸੀਂ ਆਤਮਾ, ਅਸੀਂ ਪਰਮਾਤਮਾ ਦੇ ਵਿੱਚ ਲੀਨ ਹੋਣੀ ਹੈ। ਇਹ ਕਾਰਜ ਵਾਸਤੇ ਗੁਰੂ ਸਾਹਿਬ ਨੇ ਬਾਣੀ ਉਚਾਰੀ ਹੈ ਕਿ ਆਤਮਾ ਅਤੇ ਪਰਮਾਤਮਾ ਭਾਵ ਇੱਕੋ ਹੋ ਜਾਣ। ਜਾਂ ਇਸ ਤਰ੍ਹਾਂ ਕਹਿ ਲਓ, ਗ੍ਰਸਥ ਜੀਵਨ ਵਿੱਚ ਜਦੋਂ ਵੀ ਅਸੀਂ ਪ੍ਰਵੇਸ਼ ਕਰਨਾ ਹੈ, ਉਦੋਂ ਫਿਰ ਮਹਾਰਾਜ ਇਸ ਬਾਣੀ ਨੂੰ ਉਚਾਰਦੇ ਨੇ ਕਿ ਧੰਨ ਪਿਰ ਇਹ ਨਾ ਆਖੀਅਨ ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧੰਨ ਪਿਰ ਕਹੀਏ ਸੋਏ। ਸੋ 2 ਗ੍ਰਸਥ 2 ਜੀਆਂ ਦਾ ਮਿਲਾਪ ਹੋਣਾ, ਇਹ ਵੀ ਆਨੰਦ ਕਾਰਜ ਹੈ। ਸੋ ਇਹ ਪ੍ਰਣ ਹੁੰਦਾ ਹੈ ਕਿ 2 ਸਰੀਰਾਂ ਤੋਂ ਅਸੀਂ 2 ਜੋਤਾਂ ਤੋਂ ਇੱਕ ਜੋਤ ਬਣ ਜਾਣੀ ਹੈ। ਤਾਂ ਮਹਾਰਾਜ ਨੇ ਇਸ ਜੋ ਲੜੀਵਾਰ ਲਾਵਾਂ ਦੀ ਵਿਚਾਰ ਹੈ, ਪਹਿਲੀ ਜਦੋਂ ਜੀਵ ਇਸਤਰੀ ਨੇ ਉਸ ਪਰਮਾਤਮਾ ਦੇ ਨਾਲ ਆਨੰਦ ਕਾਰਜ ਕਰਨਾ ਸ਼ੁਰੂ ਕੀਤਾ, ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ, ਤੇ ਉਹਨੇ ਸਭ ਤੋਂ ਪਹਿਲਾਂ ਆਪਣਾ ਪ੍ਰਵਿਰਤੀ ਕਰਮ, ਜਿਹੜੇ ਮਾੜੇ ਕਰਮ ਸਨ, ਮਾੜੀਆਂ ਆਦਤਾਂ ਸਨ, ਜਿਹੜੀਆਂ ਭੈੜੀਆਂ ਆਦਤਾਂ ਸਨ, ਪਰਮਾਤਮਾ ਨੂੰ ਚੰਗੀਆਂ ਨਹੀਂ ਲੱਗਦੀਆਂ ਸਨ, ਉਸ ਜੀਵ ਆਤਮਾ ਨੇ ਉਹ ਮਾੜੀਆਂ ਆਦਤਾਂ ਛੱਡ ਕੇ ਉਸ ਪ੍ਰਭੂ ਪਰਮਾਤਮਾ ਦੇ ਘਰ ਪਹਿਲਾ ਪ੍ਰਵੇਸ਼ ਜਦੋਂ ਕੀਤਾ, ਤੇ ਸਹੁਰੇ ਜਾਣ ਵਾਸਤੇ ਉਸਨੇ ਪ੍ਰਵਿਰਤੀ ਕਰਮ ਉਸਨੇ ਆਪਣੇ ਹਿਰਦੇ ਵਿੱਚ ਵਸਾਏ। ਜਦੋਂ ਇਹ ਵਸਾਏ, ਫਿਰ ਧਰਮ ਨੂੰ ਦ੍ਰਿੜ ਕਰਕੇ ਉਸਦੇ ਪਰਮਾਤਮਾ ਦਾ ਨਾਮ ਜਪਿਆ, ਜਿਹੜੇ ਉਹਦੇ ਪਾਪ ਸੀ ਸਭ ਖਤਮ ਹੋਏ। ਉਦੋਂ ਫਿਰ ਦੂਜੀ ਲਾਭ ਆਰੰਭ ਹੁੰਦੀ ਹੈ। ਇਹ ਪਹਿਲੀ ਰਾਵ ਕਿ ਭਾਵ ਆਪਣੀ ਮਨ ਦੀ ਵਿਰਤੀ ਨੂੰ, ਭਾਵ ਕਿ ਆਪਣੇ ਪ੍ਰਵਿਰਤੀ ਕਰਮ ਜਿਹੜੇ ਪੁੱਠੇ ਕਰਮ ਸਨ ਸਾਰੇ ਚੇਂਜ ਕਰਕੇ ਦੂਜੀ ਪੜਾਅ ਵਿੱਚ ਮਹਾਰਾਜ ਕਹਿੰਦੇ ਨੇ ਉਹ ਲਾਭ ਹੁਣ ਲੈਂਦੀ ਹੈ। ਜਦੋਂ ਦੂਜੀ ਲਾਭ ਵਿੱਚ ਲੈਂਦੀ ਹੈ, ਉਦੋਂ ਕੀ ਹੁੰਦਾ ਹੈ, ਉਹ ਪਰਮਾਤਮਾ ਇੱਕ ਸੱਚੇ ਵਾਹਿਗੁਰੂ, ਉਹ ਪਰਮਾਤਮਾ ਗੁਰੂ ਸਤਿਪੁਰਖ ਨਾਲ ਮਿਲਾ ਦਿੰਦਾ ਹੈ, ਉਸ ਕਾਮਲ ਗੁਰੂ ਨਾਲ ਮਿਲਾ ਦਿੰਦਾ ਹੈ ਤਾਂ ਕਿ ਉਹਦਾ ਮੇਲ ਹੋ ਜਾਏ। ਮੈਂ ਪਹਿਲਾਂ ਪਿਛਲੇ ਹਫ਼ਤੇ ਵੀ ਕਿਹਾ ਸੀ, ਇੱਕ ਇਹ ਇਸ ਤਰ੍ਹਾਂ ਦਾ ਪਰਮਾਤਮਾ ਨੇ ਇੱਕ ਚੱਕਰ ਬਣਾਇਆ ਹੈ। ਅਸੀਂ ਜਿੰਨੇ ਵੀ ਪਰਮਾਤਮਾ ਕੋਲ ਪਹੁੰਚਣਾ ਹੈ, ਮੈਂ ਟੂਕ ਮਾਤਰ ਤਾਂ ਕਹਿ ਰਿਹਾ ਕਿ ਅਸੀਂ ਵਿਚਾਰ ਨੂੰ ਸਮਝ ਸਕੀਏ, ਜਿੰਨੇ ਵੀ ਪਰਮਾਤਮਾ ਤੱਕ ਪਹੁੰਚਣਾ ਹੈ, ਸਭ ਤੋਂ ਪਹਿਲਾਂ ਰੱਬ ਉਸ ਨੂੰ ਸੱਚੇ ਗੁਰੂ ਨਾਲ ਮਿਲਾਉਂਦਾ ਹੈ। ਸਿੱਧਾ ਆਪ ਨਹੀਂ ਮਿਲਦਾ, ਰੱਬ ਹੀ ਗੁਰੂ ਨਾਲ ਮਿਲਾਉਂਦਾ ਹੈ। ਅਤੇ ਗੁਰੂ ਨਾਲ ਫਿਰ ਜਿਹੜਾ ਜੁੜ ਜਾਂਦਾ ਹੈ, ਫਿਰ ਗੁਰੂ ਕੀ ਕਾਰਜ ਕਰਦਾ ਹੈ, ਗੁਰੂ ਉਸ ਅਕਾਲ ਪੁਰਖ ਵਾਹਿਗੁਰੂ ਨਾਲ ਸਾਡੀ ਟੁੱਟੀ ਨੂੰ ਗੰਢ ਦਿੰਦਾ ਹੈ, ਭਾਵ ਕਿ ਸਾਨੂੰ ਉਸ ਦੁਹਾਗਣ ਤੋਂ ਸੁਹਾਗਣ ਬਣਾ ਦਿੰਦਾ ਹੈ, ਗ੍ਰਸਥ ਜੀਵਨ ਵਿੱਚ ਸਾਨੂੰ ਪ੍ਰਵੇਸ਼ ਕਰਾ ਦਿੰਦਾ ਹੈ। ਤੋ ਸਤਿਗੁਰੂ ਨੇ ਪੁਰਖ ਨੂੰ ਮਿਲਾਇਆ ਅਤੇ ਕੀ ਹੋਇਆ, ਫਿਰ ਮਹਾਰਾਜ ਕਹਿੰਦੇ ਨੇ ਮੇਰੇ ਅੰਦਰ ਉਸ ਨਿਰਭਉ ਪਰਮਾਤਮਾ ਦਾ ਵਾਸਾ ਹੋ ਗਿਆ। ਹੁਣ ਮੈਂ ਹਰ ਜਗ੍ਹਾ 'ਤੇ ਉਸ ਪਰਮਾਤਮਾ ਨੂੰ ਅੰਦਰ ਬਾਹਰ ਹਰ ਜਗ੍ਹਾ ਉਸ ਪਰਮਾਤਮਾ ਨੂੰ ਦੇਖ ਰਿਹਾ। ਹੁਣ ਇਹ ਤੀਜੀ ਲਾਭ ਆਰੰਭ ਹੁੰਦੀ ਹੈ। ਗੁਰੂ ਸਾਹਿਬ ਕਹਿੰਦੇ ਨੇ, ਦੇਖੋ ਹੁਣ ਤੀਜੀ ਲਾਭ ਇਹ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਸ਼ਬਦ ਹਨ। ਹੁਣ ਜੀਵ ਇਸਤਰੀ ਜਦ ਵਿਆਹੀ ਜਾਂਦੀ ਹੈ ਤਦ ਵੀ ਉਹ 4 ਲਾਵਾਂ ਲੈਂਦੀ ਹੈ। ਉਹਦੇ ਵਿੱਚ ਤੀਜੀ ਲਾਭ ਗ੍ਰਸਥ ਜੀਵਨ ਵਾਸਤੇ ਹੈ, ਕਿਉਂਕਿ ਸਾਧ ਸੰਗਤ ਗ੍ਰਸਥ ਜੀਵਨ ਐਸਾ ਹੈ ਕਿ ਮੈਂ ਇਹ ਗੱਲ ਵੇਖੀ ਹੈ ਕਿ ਬੰਦਾ ਜਿਤਨਾ ਮਰਜ਼ੀ ਸਮਝਦਾਰ ਹੋਵੇ, ਹਜ਼ਾਰਾਂ ਬੱਚਿਆਂ ਨੂੰ ਉਹਨੇ ਪੜ੍ਹਾਇਆ ਵੀ ਹੋਵੇ ਔਰ ਬਹੁਤ ਕਾਮਲ ਹੋਵੇ, ਬੜਾ ਬੁੱਧੀਮਾਨ ਹੋਵੇ,
ਔਰ ਉਹਦੇ ਵਿੱਚ ਵਿਦਵਤਾ ਵੀ ਹੋਵੇ, ਪਰ ਸਾਧ ਸੰਗਤ ਕਈ ਵਾਰੀ ਉਸ ਇੰਨਾ ਕੁਝ ਹੁੰਦਿਆਂ ਵੀ ਗ੍ਰਸਤ ਜੀਵਨ ਵਿੱਚੋਂ ਫੇਲ ਹੋ ਜਾਂਦਾ ਹੈ। ਤੁਸੀਂ ਕਈ ਵਾਰੀ ਦੇਖੋ ਇਤਨੇ ਵੱਡੇ ਸਿਆਣੇ ਸਾਇੰਟਿਸਟ, ਡਾਕਟਰ, ਪਰ ਉਹ ਘਰ ਦੀ ਜਦੋਂ ਗ੍ਰਸਤ ਦੀ ਵਾਰੀ ਆਉਂਦੀ ਹੈ ਸਾਧ ਸੰਗਤ, ਉਹ ਬਿਲਕੁਲ ਫੇਲ ਹੋ ਜਾਂਦੇ ਨੇ। ਤੁਸੀਂ ਕਦੀ ਨੋਟ ਕਰ ਲਓ, ਹਜ਼ਾਰਾਂ ਬੱਚਿਆਂ ਨੂੰ ਉਹਨਾਂ ਨੇ ਪੜ੍ਹਾਇਆ ਹੁੰਦਾ ਹੈ, ਹਜ਼ਾਰਾਂ ਨੂੰ ਉਹਨਾਂ ਨੇ ਸਿੱਖਿਆ ਦਿੱਤੀਆਂ ਹੁੰਦੀਆਂ ਨੇ, ਪਰ ਜਿਹੜਾ ਗ੍ਰਸਤ ਜੀਵਨ ਹੈ ਸਾਧ ਸੰਗਤ, ਉਹ ਗੁਰੂ ਦੀ ਖੁਸ਼ੀ ਤੋਂ ਬਿਨਾਂ ਨਹੀਂ ਮਿਲਦਾ। ਦੇਖੋ ਧੰਨ ਗੁਰੂ ਰਾਮਦਾਸ ਪਾਤਸ਼ਾਹ, ਇਹ ਵਡਿਆਈ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਹੈ। ਕੋਈ ਵੀ ਸਿੱਖ ਜਦੋਂ ਮਹਾਰਾਜ ਭਾਈ ਜੇਠਾ ਜੀ ਦੇ ਰੂਪ ਵਿੱਚ ਸਨ ਅਤੇ ਉਹਨਾਂ ਨੂੰ ਘਰੋਂ ਵੀ ਬਾਹਰ ਕੱਢ ਦਿੱਤਾ। ਸਮਝ ਲਓ ਜਦੋਂ ਛੋਟੇ ਸਨ, ਮਾਤਾ ਪਿਤਾ ਚਲੇ ਗਏ, ਕਿਸੇ ਨੇ ਬਾਂਹ ਨਹੀਂ ਫੜੀ, ਕੋਈ ਘਰ ਨਹੀਂ ਸੀ। ਅਤੇ ਉਸ ਗੁਰੂ ਰਾਮਦਾਸ ਜੀ ਦਾ ਜਿਹਦਾ ਘਰ ਨਹੀਂ ਸੀ, ਪਰ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਨੇ ਸਤਿਪੁਰਖ, ਸੱਚੇ ਪੁਰਖ ਨੇ, ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਮ, ਉਸ ਸਤਿਗੁਰੂ ਨੇ ਜਦੋਂ ਗੁਰੂ ਦੀ ਬਾਂਹ ਫੜੀ ਭਾਈ ਜੇਠਾ ਜੀ ਦੀ, ਅਤੇ ਸਾਧ ਸੰਗਤ ਉਸ ਵੇਲੇ ਆਪਣੇ ਗਲ ਲਾ ਕੇ ਉਹਨੂੰ ਇੰਨਾ ਵੱਡਾ ਘਰ ਬਣਾ ਦਿੱਤਾ, ਡਿੱਠੇ ਸਭੇ ਥਾਲ ਨਹੀਂ ਤੁਧ ਜਿਹਾ। ਤੋ ਉਹ ਗੁਰੂ ਰਾਮਦਾਸ ਪਾਤਸ਼ਾਹ ਜਿਨ੍ਹਾਂ ਤੋਂ ਬਿਨਾਂ ਕੋਈ ਵੀ ਜੀਵ ਇਸਤਰੀ ਆਪਣੇ ਗ੍ਰਸਤ ਜੀਵਨ ਵਿੱਚ ਐਂਟਰ ਨਹੀਂ ਕਰ ਸਕਦੀ। ਮੇਰੇ ਕਹਿਣ ਤੋਂ ਮੁਰਾਦ ਹਰ ਇੱਕ ਜੀਵ ਇਸਤਰੀ ਦਾ ਜਦੋਂ ਸਿੱਖ ਮਰਿਆਦਾ ਅਨੁਸਾਰ ਆਨੰਦ ਕਾਰਜ ਹੁੰਦਾ ਹੈ ਅਤੇ ਗੁਰੂ ਰਾਮਦਾਸ ਪਾਤਸ਼ਾਹ ਦੀਆਂ ਸੂਈ ਰਾਗ ਦੀਆਂ ਇਲਾਵਾਂ ਪੜ੍ਹੀਆਂ ਜਾਂਦੀਆਂ ਨੇ। ਤੋ ਗ੍ਰਸਤ ਜੀਵਨ ਦੀ ਚੜ੍ਹਦੀ ਕਲਾ ਵਾਸਤੇ, ਅਤੇ ਇਸ ਤਰ੍ਹਾਂ ਕਹਿ ਲਓ ਗੁਰੂ ਪਰਮਾਤਮਾ ਦੀ ਮੋਹਰ ਲਾਉਣ ਵਾਸਤੇ, ਇਹ ਗ੍ਰਸਤ ਜੀਵਨ ਵਿੱਚ ਐਂਟਰ ਕਰਨ ਵਾਸਤੇ ਇਹ ਲਾਵਾਂ ਤਾਂ ਰਚੀਆਂ ਜਾਂਦੀਆਂ ਨੇ। ਤੋ ਹਰ ਇੱਕ ਲਾਵ ਇੱਕ ਸੇਧ ਦਿੰਦੀ ਹੈ। ਇਹ ਸਾਡੀ ਆਤਮਾ ਵਾਸਤੇ ਹੈ ਕਿ ਅਸੀਂ ਆਤਮਾ ਨੂੰ ਕਿਸ ਤਰ੍ਹਾਂ ਪਰਮਾਤਮਾ ਤੋਂ, ਜਿਹੜੀ ਜਨਮਾਂ ਤੋਂ ਵਿਛੜੀ ਹੋਈ ਹੈ, ਅਸੀਂ ਉਸ ਪਰਮਾਤਮਾ ਨਾਲ ਕਿਵੇਂ ਮੇਲ ਕਰਾਉਣਾ ਹੈ। ਤਾਂ ਗੁਰੂ ਰਾਮਦਾਸ ਪਾਤਸ਼ਾਹ ਨੇ ਅੱਜ ਤੀਜੀ ਲਾਅ ਵਿੱਚ ਜੀਵ ਇਸਤਰੀ ਨੂੰ ਜਾਂ ਗ੍ਰਸਤ ਜੀਵਨ ਵਿੱਚ ਜਿਹੜਾ ਪ੍ਰਵੇਸ਼ ਕਰ ਰਿਹਾ ਹੈ, ਉਹ ਐਂਟਰ ਕਰ ਰਿਹਾ ਹੈ, ਉਹਦੇ ਵਾਸਤੇ ਕੀ ਉਪਦੇਸ਼ ਦਿੱਤਾ ਹੈ, ਆਓ ਸਰਵਨ ਕਰੋ। ਹਰ ਤੀਜੜੀ ਲਾਵ ਮਨ ਚਾਓ ਭਇਆ ਬੈਰਾਗੀਆ, ਬਲਰਾਮ ਜੀਓ। ਆਖਰੀ ਅਰਥ ਕਰ ਲਈਏ, ਬਲਰਾਮ ਜੀਓ। ਉਸ ਰਾਮ ਵਾਹਿਗੁਰੂ ਜਿਹੜਾ ਸਾਰਿਆਂ ਦੇ ਵਿੱਚ ਰਮਿਆ ਹੋਇਆ, ਉਹ ਮੇਰਾ ਪਿਆਰਾ ਵਾਹਿਗੁਰੂ, ਮੈਂ ਉਹਦੇ ਤੋਂ ਬਲਰਾਮ ਜੀਓ ਬਲਿਹਾਰੇ ਜਾਨੀ ਹਾਂ। ਜੀਵ ਇਸਤਰੀ ਕਹਿ ਰਹੀ ਹੈ ਕਿਉਂਕਿ ਅਸੀਂ ਸਾਰੀਆਂ ਜੀਵ ਇਸਤਰੀਆਂ ਵਾਂ। ਜਿਤਨੇ ਵੀ ਨਰ ਹੋ ਮਾਦਾ ਹੋ, ਪਰਮਾਤਮਾ ਵੱਲੋਂ ਇਹ ਸੰਸਾਰ ਵਿੱਚ ਭੇਜੇ ਹੋਏ ਅਸੀਂ ਜੀਵ ਹਾਂ, ਪਰ ਅਸੀਂ ਸਾਰੀਆਂ ਉਸ ਦੀਆਂ ਜੀਵ ਇਸਤਰੀਆਂ ਵਾਂ। ਅਤੇ ਅਸੀਂ ਇਸਤਰੀ ਲਿੰਗ ਵਿੱਚ ਆਉਂਦੇ ਹਾਂ, ਭਾਵ ਕਿ ਅਸੀਂ ਜਗ ਮੇਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਸਾਰੇ ਸੰਸਾਰ ਵਿੱਚ ਸਭ ਜੀਵ ਇਸਤਰੀਆਂ ਨੇ, ਪਰਮਾਤਮਾ ਪੁਰਖ ਜਿਹੜਾ ਹੈ ਉਹ ਇੱਕੋ ਹੀ ਹੈ। ਤਾਂ ਗੁਰੂ ਮਹਾਰਾਜ ਕਹਿੰਦੇ ਮੈਂ ਉਸ ਰਾਮ ਤੋਂ ਬਲਿਹਾਰ ਜਾਨਾ ਵਾਂ। ਇੱਥੋਂ ਮੇਰੀ ਤੀਜੜੀ ਲਾਭ ਸ਼ੁਰੂ ਹੁੰਦੀ ਹੈ। ਉਹ ਕੀ ਹੁੰਦੀ ਹੈ ਕਿ ਮਨ ਦੇ ਵਿੱਚ ਮਨ ਚਾਓ ਭਇਆ ਬੈਰਾਗੀਆ, ਮੇਰਾ ਮਨ ਬੈਰਾਗ ਵਿੱਚ ਆ ਕੇ ਉਸ ਪ੍ਰਭੂ ਪਰਮਾਤਮਾ ਨੂੰ ਮਿਲਣ ਦੀ ਇੱਕ ਇੱਛਾ ਲੈਂਦਾ ਹੈ। ਮਨ ਬੈਰਾਗ ਵਿੱਚ ਆ ਗਿਆ ਹੈ। ਅਤੇ ਬੈਰਾਗ ਕੀ ਹੈ ਸਾਧ ਸੰਗਤ? ਕੋਈ ਤੁਹਾਡੇ ਕੋਲੋਂ ਪੁੱਛੇ ਕਿ ਬੈਰਾਗ ਕੀ ਹੁੰਦਾ ਹੈ? ਬੈਰਾਗ ਸਾਧ ਸੰਗਤ ਉਹ ਅਵਸਥਾ ਹੁੰਦੀ ਹੈ ਜਦੋਂ ਬੰਦਾ ਸੰਸਾਰ ਵਿੱਚ ਰਹਿੰਦਿਆਂ ਮੋਹ ਮਾਇਆ ਦੀ ਪਕੜ ਛੱਡ ਦਿੰਦਾ ਹੈ। ਜਦੋਂ ਸੰਸਾਰ ਵਿੱਚ ਰਹਿੰਦਿਆਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਦੀ ਪਕੜ ਛੱਡ ਦਿੰਦਾ ਹੈ। ਮਾਇਆ ਛੱਡਦਾ ਨਹੀਂ ਹੈ, ਮਾਇਆ ਛੱਡਣੀ ਨਹੀਂ ਹੈ, ਕਿਉਂਕਿ ਮਾਇਆ ਤੇ ਗੁਜ਼ਰਾਨ ਹੈ। ਮਾਇਆ ਤੋਂ ਬਿਨਾਂ ਤੇ ਅਸੀਂ ਇਹ ਨੈੱਟ ਵੀ ਜਿਹੜਾ ਚੱਲ ਰਿਹਾ ਮਾਇਆ ਤੋਂ ਹੀ ਚੱਲ ਰਿਹਾ ਹੈ। ਮਾਇਆ ਮਹਾਰਾਜ ਛੱਡਣ ਵਾਸਤੇ ਨਹੀਂ ਕਹਿ ਰਿਹਾ। ਬੈਰਾਗ ਦੀ ਉਹ ਅਵਸਥਾ ਹੁੰਦੀ ਹੈ, ਇਹ ਸਾਰਾ ਕੁਝ ਹੁੰਦਿਆਂ ਇਹਦੇ ਵਿੱਚ ਲਿਪਤ ਨਾ ਹੋਵੇ। ਚਾਰ ਪਦਾਰਥ ਕਮਲ ਪ੍ਰਗਾਸ, ਸਭ ਕੇ ਮਦ ਸਗਲ ਤੇ ਉਦਾਸ। ਤੋ ਮਹਾਰਾਜ ਕਹਿੰਦੇ ਨੇ ਕਿ ਬੈਰਾਗ ਤੇ ਉਹ ਵੇ ਕਿ ਜਿਹਨੇ ਇਹ ਮਾਇਆ ਦੀ ਪਕੜ ਛੱਡ ਦਿੱਤੀ ਹੈ। ਹੁਣੇ ਤੁਸੀਂ ਪੜ੍ਹਿਆ ਨਾ ਸ਼ਲੋਕ ਮਹੱਲਾ 9ਵਾਂ, ਜੇ ਵਿਖਿਆ ਸਗਲੀ ਤਜੀ ਲਿਓ ਭੇਖ ਬੈਰਾਗ, ਕੋ ਨਾਨਕ ਸੁਨ ਰੇ ਮਨਾ
ਤੇ ਨਰ ਮਾਥੈ ਭਾਗ। ਮਹਾਰਾਜ ਕਹਿੰਦੇ ਨੇ ਜਿਨੇ ਇਸ ਵਿਖਿਆ ਮਾਇਆ ਦੀ ਪਕੜ ਛੱਡ ਦਿੱਤੀ ਤੇ ਸਮਝ ਲਓ ਉਹਦੇ ਅੰਦਰ ਬਿਰਾਗ ਆ ਗਿਆ। ਜਦੋਂ ਤੁਸੀਂ ਸੰਸਾਰ ਦੀ ਪਕੜ ਛੱਡੋਗੇ ਨਾ, ਸੰਸਾਰ ਛੱਡਣਾ ਨਹੀਂ ਹੈ। ਜੰਗਲਾਂ ਵਿੱਚ ਜਾਂ ਘਰੋਂ ਬਾਹਰ ਰਹਿਣ ਦੀ ਗੱਲ ਨਹੀਂ ਕਰ ਰਹੇ ਮਹਾਰਾਜ, ਉਹਦੀ ਪਕੜ ਛੱਡਣੀ ਹੈ, ਮੋਹ ਛੱਡਣਾ ਹੈ। ਮੋਹ ਦੇ ਕਿੱਚੜ ਵਿੱਚੋਂ ਮਹਾਰਾਜ ਕਹਿੰਦੇ ਨੇ ਨਾ, ਹਮ ਜਦੋਂ ਪੜ੍ਹਦੇ ਹੋ ਨਾ ਤੁਸੀਂ ਸੋਦਰ ਦਾ ਪਾਠ, ਤੇ ਕੀ ਕਹਿੰਦੇ ਨੇ ਗੁਰੂ ਸਾਹਿਬ, ਤਿਤ ਸਰਵਰੜੈ ਭਈਲੇ ਨਿਵਾਸਾ ਪਾਣੀ ਭਾਵਕ ਤਿਨੇ ਕੀਆ ਪੰਕਜ ਮੋਹ ਪਗ ਨਹੀਂ ਚਾਲੇ ਹਮ ਦੇਖਾਂ ਤੈ ਡੁੱਬੀਲੇ। ਕਹਿੰਦੇ ਨੇ ਮੋਹ ਦੇ ਕਿੱਚੜ ਵਿੱਚ ਇਸ ਤਰ੍ਹਾਂ ਬੰਦਾ ਫਸ ਜਾਂਦਾ ਹੈ ਕਿ ਉਹ ਮੇਰੇ ਕਹਿੰਦੇ ਨੇ ਪਾਤਸ਼ਾਹ ਕਹਿੰਦੇ ਨੇ ਦੇਖਦਿਆਂ ਦੇਖਦਿਆਂ ਕਈ ਡੁੱਬ ਕੇ ਚਲੇ ਗਏ ਨੇ। ਕਈ ਇਸ ਦੇਖੋ ਕਿੱਚੜ ਇੱਕ ਐਸਾ ਹੁੰਦਾ ਹੈ ਦਲਦਲ, ਕਦੀ ਕੋਈ ਫਸ ਜਾਏ ਨਾ, ਰੱਬ ਨਾ ਕਰੇ ਕਦੀ ਕੋਈ ਫਸ ਜਾਏ, ਜਿੰਨਾ ਨਿਕਲਣਾ ਚਾਹੁੰਦਾ ਹੈ ਹੋਰ ਧੱਸੀ ਜਾਂਦਾ, ਜਿੰਨੀ ਟਰਾਈ ਕਰਦਾ ਫਿਰ ਨਿਕਲਦਾ, ਫਿਰ ਫਸ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਨੇ ਜਦੋਂ ਇਹ ਮੋਹ ਮਾਇਆ ਦੇ ਸੰਸਾਰ ਦੇ ਕਿੱਚੜ ਵਿੱਚੋਂ ਬੰਦਾ ਆਲੋ ਨਿਰਲੇਪ ਹੋ ਜਾਂਦਾ ਹੈ, ਉਸ ਟਾਈਮ ਫਿਰ ਕੀ ਹੁੰਦਾ ਹੈ, ਫਿਰ ਉਹਦਾ ਦਿਲ ਕਰਦਾ ਹੈ ਕਿ ਮੈਂ ਬਿਰਾਗੀ ਅਵਸਥਾ 'ਚ ਆ ਜਾਂਦਾ ਹੈ। ਕਿਉਂ? ਕਿਉਂਕਿ ਮਹਾਰਾਜ ਕਹਿੰਦੇ ਨੇ ਸਿਫਤੀ ਰੱਤਾ ਸਦ ਬਿਰਾਗੀ। ਫਿਰ ਉਸ ਪਰਮਾਤਮਾ ਦੀਆਂ ਸਿਫਤਾਂ ਦੇ ਵਿੱਚ ਉਹਦਾ ਮਨ ਬਿਰਾਗ ਵਿੱਚ ਹੋ ਜਾਂਦਾ। ਮਨ ਚਾਉ ਪਿਆ, ਮਨ ਬਿਰਾਗ ਪਿਆ, ਦਰਸ਼ਨ ਵੇਖਣ ਕਾ ਚਾਉ। ਮਨ ਵਿੱਚ ਬਿਰਾਗ ਆ ਜਾਂਦਾ। ਫਿਰ ਜਦੋਂ ਬਿਰਾਗ ਆਉਂਦਾ, ਸੰਸਾਰ ਦੀ ਪਕੜ ਛੁੱਟਦੀ ਏ, ਤੇ ਕੀ ਹੁੰਦਾ, ਸਾਨੂੰ ਕਿਉਂ ਨਿਰੰਕਾਰ ਦੇ ਨਾਲ ਸਾਡਾ ਚਿੱਤ ਨਹੀਂ ਕਰਦਾ? ਕਿਉਂਕਿ ਸਾਡੀ ਪਕੜ, ਜੋ ਸਾਡੀ ਐਸਟਸ ਨੇ, ਪਰਿਵਾਰ ਏ, ਜੋ ਸਾਡਾ ਰੁਤਬਾ ਬਣਿਆ ਸੰਸਾਰ ਵਿੱਚ, ਮੈਂ ਮੇਰੀ ਬਣੀ ਹੋਈ ਏ, ਸਾਡੀ ਪਕੜ ਉਹਦੇ ਵਿੱਚ ਹੈ। ਜਦੋਂ ਉਹਦੇ ਨਾਲ ਪਕੜ ਹੁੰਦੀ ਏ ਤੇ ਬਿਰਾਗ ਨਹੀਂ ਆ ਸਕਦਾ। ਬਿਰਾਗ, ਜੇ ਅਸੀਂ ਕੋਈ ਪਰਮਾਤਮਾ ਦੇ ਅੱਗੇ ਰੋਂਦਾ ਵੀ ਏ, ਕੁਰਲਾਉਂਦਾ ਵੀ ਏ, ਅਸੀਂ ਸਮਝਦੇ ਉਹ ਬਿਰਾਗ ਵਿੱਚ ਨਹੀਂ, ਉਹ ਤੇ ਜੀਵਨ ਦੀ ਕੋਈ ਘਾਟ ਏ ਜਿਹੜੀ ਉਹਨੂੰ ਪਈ ਏ, ਉਸ ਕਰਕੇ ਰੋ ਰਿਹਾ। ਬਿਰਾਗ ਦੀ ਅਵਸਥਾ ਤੇ ਉਹ ਹੁੰਦੀ ਏ ਜਿੱਥੇ ਸੰਸਾਰ ਦੀ ਪਕੜ ਮੁੱਕਦੀ ਏ, ਉੱਥੇ ਰੱਬ ਦੇ ਨਾਮ ਦੇ ਬਿਰਾਗ ਦੀ ਅਵਸਥਾ ਜੁੜਦੀ ਏ। ਕਿਉਂਕਿ ਉਹਨੂੰ ਆਪਣੇ ਆਪ ਦਾ ਗਿਆਨ ਹੋ ਜਾਂਦਾ ਹੈ ਕਿ ਹੇ ਮੈਂ ਪਰਮਾਤਮਾ, ਮੈਂ ਸੰਸਾਰ ਤੋਂ ਵਿਛੜਿਆ ਹੋਇਆ ਪਰਮਾਤਮਾ ਤੋਂ। ਤੇ ਜਦੋਂ ਸੰਸਾਰ ਦੀ ਪਕੜ ਛੱਡਦਾ ਹੈ ਤੇ ਫਿਰ ਕੀ ਹੁੰਦਾ ਹੈ, ਫਿਰ ਉਹਦੇ ਅੰਦਰ ਇੱਕ ਅਵਸਥਾ ਬਣਦੀ ਹੈ ਜਿਹਨੂੰ ਬਿਰਾਗ ਕਹਿੰਦੇ ਨੇ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਜਦੋਂ ਗੁਰਤਾ ਗੱਦੀ ਨਹੀਂ ਪ੍ਰਾਪਤ ਹੋਈ ਤੇ ਰਾਮਦਾਸ ਜੀ ਨੇ ਆਪਣੇ ਚਾਚੇ ਸਿਹਾਰੀ ਮਲ ਦੇ ਬੱਚੇ ਦੀ ਸ਼ਾਦੀ ਵਾਸਤੇ ਜਦ ਆਪ ਰਜੇਵਿਆਂ ਕਰਕੇ ਨਹੀਂ ਚੱਲੇ ਗਏ, ਤੇ ਉਹਨਾਂ ਨੇ ਫਿਰ ਆਪਣੇ ਵੱਡੇ ਸਪੁੱਤਰ ਨੂੰ ਕਿਹਾ, ਪ੍ਰਿਥੀ ਚੰਦ ਨੂੰ, ਮਹਾਦੇਵ ਜੀ ਨੂੰ ਇਨਕਾਰੀ ਹੋ ਗਏ। ਜਦੋਂ ਗੁਰੂ ਰਾਮਦਾਸ ਜੀ ਨੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਿਹਾ, ਤੇ ਉਹਨਾਂ ਨੇ ਸਿਰ ਮੱਥੇ ਲੈ ਲਿਆ ਉਸ ਹੁਕਮ ਨੂੰ। ਕਿਹਾ ਕਿ ਮਹਾਰਾਜ ਤੁਸੀਂ ਤੇ ਆਨੰਦ ਕਾਰਜ ਵਾਸਤੇ ਭੇਜ ਰਹੇ ਹੋ, ਕਿੱਥੇ ਮਨੂੰ ਤੱਤੀ ਤਵੀ ਤੇ ਬਹਿਣ ਵਾਸਤੇ ਵੀ ਕਹੋਗੇ ਤੇ ਮੈਂ ਪਿੱਛੇ ਨਹੀਂ ਹਟਾਂਗਾ। ਇਹ ਵੇ ਗੁਰੂ ਦਾ ਹੁਕਮ। ਇਹਨੂੰ ਕਹਿੰਦੇ ਨੇ ਸੰਸਾਰ ਦੀ ਪਕੜ ਛੱਡੀ ਹੋਈ। ਜਿਹਨੂੰ ਸੰਸਾਰ ਦੀ ਪਕੜ ਨਹੀਂ ਹੈ ਨਾ, ਕਹਿੰਦੇ ਨੇ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ। ਜਦੋਂ ਤੁਸੀਂ ਜੀਵਨ ਦੀਆਂ ਆਸਾਂ ਛੱਡੋਗੇ ਨਾ, ਮਰਨਾ ਇਹ ਨਹੀਂ ਹੈ ਕਿ ਅਸੀਂ ਗੱਡੀ ਥੱਲੇ ਸਿਰ ਦੇ ਕੇ ਤੇ ਅਸੀਂ ਗੁਰੂ ਸਾਹਿਬ ਕਰ, ਨਹੀਂ, ਆਪਣੇ ਆਪ ਨੂੰ ਮਾਰਨਾ ਹੈ, ਹਉ ਨੂੰ ਮਾਰਨਾ ਹੈ, ਮੈਂ ਨੂੰ ਮਾਰਨਾ ਹੈ। ਤਾਂ ਪਹਿਲਾ ਮਰਨ ਕਬੂਲ, ਆਪਣੀ ਮੱਤ ਨੂੰ ਮਾਰਨੀ ਅਸੀਂ, ਜਿਹੜੀ ਮੈੜੀ ਮੱਤ ਹੈ। ਤਾਂ ਉਦੋਂ ਬਿਰਾਗ ਆਉਂਦਾ। ਫਿਰ ਲਾਹੌਰ ਜਾ ਕੇ ਤੁਹਾਨੂੰ ਸਾਰਾ ਉੱਥੇ ਪਤਾ ਹੈ ਕਿਸ ਤਰ੍ਹਾਂ ਮਹਾਰਾਜ ਨੇ ਪੱਤਰਿਕਾ ਲਿਖ ਕੇ, ਤੇ ਜਦੋਂ ਨਹੀਂ ਪਹੁੰਚੀਆਂ 4 ਪੱਤਰਿਕਾ ਲਿਖੀਆਂ, ਤੇ ਫਿਰ ਜਦੋਂ ਨੰਬਰ ਪਾਇਆ ਤੇ ਪਤਾ ਲੱਗਿਆ, ਤੇ ਉਸ ਵੇਲੇ ਗੁਰੂ ਸਾਹਿਬ ਨੇ ਇਹੀ ਲਿਖਿਆ ਸੀ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਬ ਕਰੇ ਚਾਤ੍ਰਿਕ ਕੇ ਨਿਆਈ, ਤ੍ਰਿਖਾ ਨਾ ਉਤਰੇ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਇਹ ਵੇ ਬਿਰਾਗ। ਇਹ ਕੋਈ ਇਹਦੇ ਵਿੱਚ ਉਹ ਨਹੀਂ, ਪਕੜ ਵਾਲੀ ਅਵਸਥਾ ਨਹੀਂ। ਜਦੋਂ ਤੁਸੀਂ ਸੰਸਾਰ ਦੀਆਂ ਚੀਜ਼ਾਂ ਤੋਂ, ਇੱਕ ਹੁੰਦਾ ਗੁਰੂ ਅੱਗੇ ਰੋਣਾ, ਆਂਸੂ ਆਣੇ, ਉਹ ਨੇ ਮਾਇਆ ਦੇ ਆਂਸੂ ਨੇ ਜਿਹੜੇ ਸਾਨੂੰ ਘਾਟ ਹੈ। ਘਰ ਬੱਚਾ ਨਹੀਂ ਹੈ, ਦੁੱਖ ਨੇ, ਕਲੇਸ਼ ਨੇ, ਕਹਿਣੇ ਵਿੱਚ ਨਹੀਂ ਹੈ, ਗਰੀਬੀ ਹੈ, ਇਸ ਤਰ੍ਹਾਂ ਦੀਆਂ। ਉਹ ਜਾ ਕੇ ਜੇ ਤੁਸੀਂ 2 ਅਥਰੂ ਵਹਾਉਂਦੇ ਹੋ, ਉਹਨੂੰ ਬਿਰਾਗ ਨਹੀਂ ਕਹਿੰਦੇ। ਬਿਰਾਗ ਤੇ ਉਹ ਅਵਸਥਾ ਹੁੰਦੀ ਹੈ ਕਿ ਜਿੱਥੇ ਪਰਮਾਤਮਾ ਨੂੰ ਮਿਲਣ ਦੀ ਤਾਂਘ ਹੋਏ, ਜਿਹਨੂੰ ਇਹ ਪਤਾ ਲੱਗ ਜਾਏ ਕਿ ਮੈਂ ਪਰਮਾਤਮਾ ਤੋਂ ਵਿਛੜਿਆ ਹੋਇਆ।
ਜਦੋਂ ਤੱਕ ਸਾਨੂੰ ਵਿਛੜਨ ਦਾ ਅਹਿਸਾਸ ਨਹੀਂ ਹੋਏਗਾ ਤਦ ਤੱਕ ਮਿਲਣ ਦੀ ਇੱਛਾ ਵੀ ਨਹੀਂ ਹੋਏਗੀ। ਜਦੋਂ ਸੰਸਾਰ ਦੀ ਪਕੜ ਛੁੱਟਦੀ ਏ ਤੇ ਮਹਾਰਾਜ ਕਹਿੰਦੇ ਨੇ ਉਸ ਵੇਲੇ ਕੀ ਹੁੰਦਾ, ਮਨ ਵਿੱਚ ਵਿਰਾਗ ਆਉਂਦਾ, ਫਿਰ ਉਹ ਭਾਲ ਕਰਦਾ ਕਿ ਮੈਂ ਆਪਣੇ ਪ੍ਰਭੂ ਪਰਮਾਤਮਾ ਤੋਂ ਮਿਲਾਂ। ਜਦੋਂ ਨਦੀ ਪਾਣੀ ਝਰਨਿਆਂ ਤੋਂ ਲੰਘ ਕੇ ਕਿੱਥੋਂ ਕਿੱਥੋਂ ਨਦੀਆਂ ਤੋਂ ਹੋ ਕੇ ਆਂਦਾ, ਇੰਨੀ ਤੇਜ਼ੀ ਨਾਲ ਜਾ ਰਿਹਾ ਹੁੰਦਾ, ਤੇ ਕਿਸੇ ਨੇ ਪੁੱਛ ਲਿਆ, ਨਦੀ ਤੂੰ ਕਿਉਂ ਭਾਜੜੀ 'ਚ ਜਾ ਰਹੀ ਹੈ? ਤੇ ਉਹਨੇ ਕਿਹਾ, ਮੈਂ ਆਪਣੇ ਧੁਰੇ ਤੋਂ ਵਿਛੜੀ ਹੋਈ ਹਾਂ। ਔਰ ਜਿਹਨੂੰ ਜਦੋਂ ਸਾਨੂੰ ਇਹ ਪਤਾ ਲੱਗ ਜਾਏਗਾ ਕਿ ਅਸੀਂ ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲਈ ਹੈ, ਮੈਂ ਬਹੁਤ ਜਨਮਾਂ ਤੋਂ ਵਿਛੜਿਆ ਹੋਇਆ ਪਰਮਾਤਮਾ, ਮੈਨੂੰ ਅੱਜ ਇਸ ਗੱਲ ਦਾ ਅਹਿਸਾਸ ਹੋ ਗਿਆ ਤੇ ਮੈਂ ਹੁਣ ਕੀ ਕਰਨ ਆਇਆ, ਮੈਂ ਹੁਣ ਤੈਨੂੰ ਮਿਲਣ ਵਾਸਤੇ ਆਇਆ, ਮੇਰਾ ਇਹ ਜਨਮ ਕਿਧਰੇ ਖਰਾਬ ਨਾ ਹੋ ਜਾਏ। ਮਾਨਸ ਜਨਮ ਕਾ ਇਹੀ ਲਾਓ, ਇਹੀ ਲਾ ਹੈ, ਇਹੀ ਤੇਰਾ ਅਵਸਰ, ਇਹੀ ਤੇਰੀ ਬਾਰ, ਇਹ ਤੇਰੀ ਬਾਰ, ਘੱਟ ਭੀਤਰ ਤੂੰ ਦੇਖ ਵਿਚਾਰ। ਇਹ ਅਵਸਰ ਚੂਕ ਗਿਆ ਨਾ, ਇਸ ਪੌੜੀ ਤੇ ਜੋ ਨਰ ਚੁੱਕੈ ਸੋ ਆਏ ਜਾਏ ਦੁੱਖ ਪਾਏਗਾ। ਤਾਂ ਮਹਾਰਾਜ ਕਹਿੰਦੇ ਨੇ ਅੱਜ ਉਸ ਜੀਵ ਇਸਤਰੀ ਦੀ ਤੀਜੀ ਲਾਵ ਆਰੰਭ ਹੋਈ ਹੈ। ਹਰ ਤੀਜੜੀ ਲਾਵ ਮਨ ਚਾਉ ਪਿਆ ਬੈਰਾਗੀਆ। ਹੁਣ ਬੈਰਾਗ ਦੀ ਅਵਸਥਾ ਵਿੱਚ ਕੀ ਹੁੰਦਾ, ਉਹਦੇ ਹਿਰਦੇ ਦੇ ਵਿੱਚ ਪ੍ਰਭੂ ਪਰਮਾਤਮਾ ਦੀ ਮੇਲ ਵਾਸਤੇ ਉਹ ਤਾਂਘ ਉੱਠੀ ਹੈ। ਤਾਂ ਗੁਰੂ ਸਾਹਿਬ ਕਹਿੰਦੇ ਨੇ, ਸੰਤ ਜਨਾ ਹਰ ਮੇਲ ਹਰ ਪਾਇਆ ਵਡ ਭਾਗੀਆ ਬਲਰਾਮ ਜੀਓ। ਕਹਿੰਦੇ ਨੇ ਕੀ ਹੋਇਆ, ਮੈਨੂੰ ਜਦ ਮੇਰੇ ਮਨ ਦੇ ਅੰਦਰ ਵਿਰਾਗ ਅਵਸਥਾ ਆਈ ਨਾ, ਤੇ ਕੀ ਹੋਇਆ, ਮੇਰੇ ਮਨ ਵਿੱਚ ਜਿਹੜੀ ਤਾਂਘ ਸੀ, ਦੇਖੋ ਇਹ ਗੁਰੂ ਦਾ ਦੁਆਰਾ ਐਸਾ ਹੈ, ਜੈਸੇ ਕਹਿੰਦੇ ਨੇ ਜੈਸਾ ਸੇਵੇ ਤੈਸੋ ਹੋਏ। ਅਸੀਂ ਪਰਮਾਤਮਾ ਨੂੰ, ਵਾਹਿਗੁਰੂ ਨੂੰ, ਗੁਰੂ ਨਾਨਕ ਨੂੰ ਜਿਵੇਂ ਸੇਵਾਂਗੇ ਨਾ, ਅਸੀਂ ਉਹ ਜਿਹੀ ਪਦਵੀ ਪ੍ਰਾਪਤ ਕਰਾਂਗੇ। ਜਿਨ੍ਹਾਂ ਨੇ ਗੁਰੂ ਨੂੰ ਸਰੀਰ ਸਮਝਿਆ ਉਹ ਸਰੀਰ ਦੀ ਪੂਜਾ ਕਰ ਰਹੇ ਨੇ, ਜਿਨ੍ਹਾਂ ਨੇ ਗੁਰੂ ਨੂੰ ਸ਼ਬਦ ਸਮਝਿਆ ਉਹ ਸ਼ਬਦ ਦੀ ਸੇਵਾ ਕਰ ਰਹੇ ਨੇ। ਜੇ ਵਜ੍ਹਾ ਸੇਵਾਂਗੇ, ਦੇਖੋ ਅਸੀਂ, ਮੈਂ ਉਸ ਦਿਨ ਵੀ ਜ਼ਿਕਰ ਕੀਤਾ ਸੀ ਕਿ ਗੁਰੂ ਰਾਮਦਾਸ ਜੀ ਦੇ ਅੱਖਰ ਨੇ ਮੁਬਾਰਕ, ਬਾਣੀ ਗੁਰੂ, ਗੁਰੂ ਹੈ ਬਾਣੀ। ਅਸੀਂ ਬਾਣੀ ਨੂੰ ਤੇ ਗੁਰੂ ਸਭ ਨੇ ਮੰਨਿਆ, ਪਰ ਗੁਰੂ ਜਿਹੜਾ ਬਾਣੀ ਹੈ ਨਾ, ਅਸੀਂ ਗੁਰੂ ਨੂੰ ਬਾਣੀ ਨਹੀਂ ਮੰਨ ਰਹੇ, ਗੁਰੂ ਨੂੰ ਸਰੀਰ ਮੰਨ ਰਹੇ ਹਾਂ। ਜਿਸ ਦਿਨ ਤੈਨੂੰ ਬਾਣੀ ਜਦੋਂ ਗੁਰੂ ਨੂੰ ਵੀ ਤੂੰ ਬਾਣੀ ਮੰਨਣ ਲੱਗ ਪਿਆ ਨਾ, ਉਸ ਦਿਨ ਗੱਲ ਬਣ ਜਾਣੀ। ਮੈਂ ਕਈ ਵਾਰੀ ਵੇਖਣਾ, ਇਹ ਉਹੀ ਬੰਦੇ ਹੁੰਦੇ ਨੇ ਜਿਹੜੇ ਗੁਰੂ ਨੂੰ ਸਰੀਰ ਮੰਨਦੇ ਨਾ, ਉਹਨਾਂ ਦੇ ਵਿਆਹ ਵੀ ਮਨਾਉਂਦੇ ਨੇ। ਤੁਸੀਂ ਕਦੀ ਵਾਰੀ ਨੋਟ ਕਰੋ, ਇਹ ਅਨਪੜ੍ਹਤਾ ਦੀ ਨਿਸ਼ਾਨੀ ਹੈ। ਇਹ ਇਸ ਤਰ੍ਹਾਂ ਕਹਿ ਲਓ, ਗੁਰੂ ਦਾ ਗਿਆਨ ਨਹੀਂ ਹੈ। ਗੁਰੂ ਸਰੀਰ ਥੋੜ੍ਹੀ ਹੈ ਜਿਹੜਾ ਅਸੀਂ ਹਰ ਸਾਲ ਗੁਰੂ ਦੀ ਬਰਾਤ ਆਏਗੀ। ਗੁਰੂ ਦੀ ਬਰਾਤ ਕੋਈ ਗੁਰੂ ਸਰੀਰ ਹੈ ਜਿਹੜਾ ਅਸੀਂ, ਤੁਸੀਂ ਬਰਾਤ ਲੈ ਕੇ ਗੁਰੂ ਦੀ ਆ ਰਹੇ ਹੋ। ਕੋਈ ਗੁਰੂ ਅਮਰਦਾਸ ਜੀ ਦਾ ਗੁਰਪੁਰਬ ਮਨਾ ਰਿਹਾ ਇਸ ਤਰ੍ਹਾਂ ਵਿਆਹ ਦਾ, ਇਸ ਤਰ੍ਹਾਂ ਤੁਸੀਂ ਦੱਸੋ ਗੁਰੂਆਂ ਦੇ ਵਿਆਹਾਂ ਦੇ ਕਰਨ ਲੱਗ ਪਾਂਗੇ। ਅਰੇ ਗੁਰੂ ਤੇ ਜੋਤ ਸੀ, ਜਦੋਂ ਕਰਤਾਰਪੁਰ ਮਹਾਰਾਜ ਜੋਤੀ ਜੋਤ ਸਮਾਏ ਤੇ ਲੜ ਨਹੀਂ ਪਏ ਸੀ ਹਿੰਦੂ ਤੇ ਮੁਸਲਮਾਨ। ਤੇ ਜਦੋਂ ਚੱਦਰ ਚੱਕੀ ਤੇ ਕੀ ਸੀ, ਜੇ ਸਰੀਰ ਹੁੰਦਾ ਤੇ ਫਿਰ ਫੁੱਲ ਸੀ ਉਹਦੇ ਅੰਦਰ। ਗੁਰੂ ਤੇ ਜੋਤ ਹੈ, ਗੁਰੂ ਤੇ ਸ਼ਬਦ ਹੈ। ਤੇ ਜੇ ਅਸੀਂ ਸ਼ਬਦ ਦੇ ਪੁਜਾਰੀ ਬਣਨਾ ਹੈ, ਫਿਰ ਅਸੀਂ ਵਿਆਹਾਂ ਦੇ ਵਿੱਚ ਨਹੀਂ ਪੈਣਾ। ਮੈਂ ਸਮਝਦਾ ਲੋਕਾਂ ਦੀ ਅਕਲ ਕਿੱਥੇ ਜਾ ਰਹੀ ਹੈ। ਸਾਨੂੰ, ਸਾਡੇ ਪੰਥ ਨੂੰ ਢਾਹ ਲਾਉਣ ਵਾਲੇ ਐਸੇ ਬੰਦੇ ਵਿੱਚ ਪੈਦਾ ਹੁੰਦੇ ਨੇ ਜਿਹੜੇ ਅੱਜ ਗੁਰੂ ਦੇ ਵਿਆਹ ਮਨਾ ਰਹੇ ਨੇ। ਮੈਂ ਤੇ ਸੁਣ ਕੇ ਹੈਰਾਨ ਹੋ ਜਾਂਦਾ। ਅਸੀਂ ਛੋਟਿਆਂ ਹੁੰਦਿਆਂ ਤੋਂ ਲੈ ਕੇ ਅੱਜ ਤੱਕ ਕਿਸੇ ਜਗ੍ਹਾ ਤੇ ਮੈਂ ਗੁਰੂ ਦਾ ਵਿਆਹ ਨਹੀਂ ਸੁਣਿਆ। ਇਹਦਾ ਮਤਲਬ ਹੈ ਅਸੀਂ ਆਪਣੀ ਮਾਨਸਿਕਤਾ ਹਾਲਤ ਗੁਰੂ ਦੇ ਨਾਲ ਨਹੀਂ ਜੋੜ ਪਾਏ। ਮੈਨੂੰ ਕਹਿਣ ਦੇਣਾ, ਅਸੀਂ ਸ਼ਬਦ ਦੇ ਨਾਲ ਨਹੀਂ ਜੁੜੇ। ਜੋ ਸ਼ਬਦ ਗੁਰੂ ਕਿਹਾ ਸੀ ਮਹਾਰਾਜ ਨੇ, ਸਰੀਰ ਨੂੰ ਗੁਰੂ ਨਹੀਂ ਕਿਹਾ ਸੀ। ਸੁਰਤ ਧੁਨ ਚੇਲਾ, ਪਰ ਅਸੀਂ ਸੁਰਤ ਨੂੰ ਕਿੱਥੇ ਲੈ ਗਏ, ਗੁਰੂ ਨੂੰ ਸਰੀਰ ਵਾਲ। ਇਹੀ ਗੱਲ ਤੇ ਮਰਦਾਨਾ ਜੀ ਨੂੰ ਕਹੀ ਸੀ, ਮਰਦਾਨਾ ਜੀ ਤੁਸੀਂ ਮੈਨੂੰ ਸਾਰੀ ਉਮਰ ਸਰੀਰ ਸਮਝਦੇ, ਮੈਂ ਸਰੀਰ ਨਹੀਂ ਹਾਂ, ਮੈਂ ਤੇ ਸ਼ਬਦ ਰੂਪ ਵਿੱਚ ਆਇਆ ਹਾਂ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੇ ਜਗ ਬੋਰਾਨਨ। ਬਿਨਾ ਸ਼ਬਦ ਤੋਂ ਜਗ ਬੋਰਾ। ਜਿਸ ਦਿਨ ਤੁਹਾਨੂੰ ਸ਼ਬਦ ਦੀ ਸਮਝ ਆ ਗਈ, ਉਸ ਦਿਨ ਕੋਈ ਦੀਆ ਬੱਤੀ, ਕੋਈ ਲੋ, ਕੋਈ ਜੋਤ ਨਹੀਂ ਜਗਾਏਗਾ। ਤੂੰ ਗੁਰੂ ਦੇ ਸ਼ਬਦ ਦਾ ਪੁਜਾਰੀ ਬਣ ਜਾਏਗਾ। ਇਹ ਜਿਹੜੀ ਸ਼ਬਦ ਤੁਸੀਂ ਸਰਵਣ ਕਰ ਰਹੇ ਹੋ, ਇਹੀ ਗੁਰੂ ਹੈ।
ਉਹ ਤੇ ਉਹ ਹੋ ਗਿਆ ਕੋਈ ਜਿਸ ਤਰ੍ਹਾਂ ਕੋਈ ਤੁਲਸੀ ਦਾ ਵਿਆਹ ਕਰਦਾ ਹੈ, ਉਹ ਮੂਰਤੀਆਂ ਰੱਖ ਕੇ, ਤੇ ਇਸ ਤਰ੍ਹਾਂ ਹੀ ਅਸੀਂ ਵੀ ਗੁਰੂ ਨੂੰ ਇਸ ਤਰ੍ਹਾਂ ਹੀ ਸਮਝ ਕੇ, ਤੇ ਗੁਰੂ ਨੂੰ ਇੱਕ ਸਰੀਰ ਸਮਝ ਕੇ ਵਿਆਹ ਸਮਝ। ਗੁਰੂ ਸਰੀਰ ਤੋਂ ਉੱਤੇ ਹੈ। ਸਰੀਰ ਤੇ ਇੱਕ ਜੋਤ ਸੀ, ਉਹ ਇੱਕ ਸਹਾਰਾ ਲਿਆ ਸੀ। ਇੱਕ ਇਸ ਤਰ੍ਹਾਂ ਕਹਿ ਲਓ, ਤੁਸੀਂ ਆਪਣੇ ਘਰ ਦੀ ਦੂਜੀ ਮੰਜ਼ਿਲ ਤੇ ਰਹਿੰਦੇ ਹੋ, ਐਗਜ਼ਾਮਪਲ, ਦੂਜੀ ਮੰਜ਼ਿਲ ਤੇ ਰਹਿੰਦੇ ਹੋ, ਤੇ ਕਿਵੇਂ ਜਾਓਗੇ ਦੂਜੀ ਮੰਜ਼ਿਲ ਤੇ? ਪੌੜੀਆਂ ਰਸਤੇ ਨਾਲ ਜਾਂ ਲਿਫਟ ਰਾਹੀਂ। ਇਹ ਲਿਫਟ ਕੀ ਹੈ, ਪੌੜੀਆਂ ਕੀ ਨੇ? ਇਹ ਸਾਧਨ ਨੇ ਸਾਨੂੰ ਆਪਣੀ ਸੈਕਿੰਡ ਮੰਜ਼ਿਲ ਤੱਕ ਪਹੁੰਚਣ ਦਾ। ਪਰ ਹੋਇਆ ਕਿ ਲੋਕਾਂ ਨੇ ਪੌੜੀਆਂ ਨੂੰ ਹੀ ਮੱਥੇ ਟੇਕਣੇ ਲੱਗ ਪਏ, ਲੋਕ ਲਿਫਟਾਂ ਨੂੰ ਹੀ ਦੀਵੇ ਚੜਾਉਣ ਲੱਗ ਪਏ। ਗੁਰੂ ਤੇ ਮੰਜ਼ਿਲ ਸੀ, ਗੁਰੂ ਤੇ ਉਸ ਪਰਮਾਤਮਾ ਦੀ ਜੋਤ ਸੀ ਜਿਹੜੀ ਸਾਨੂੰ ਜੋਤ ਦੇ ਨਾਲ ਮਨਾਉਣਾ ਚਾਹੁੰਦੀ ਹੈ। ਤਾਂ ਗੁਰੂ ਸਾਹਿਬ ਕਹਿੰਦੇ ਨੇ, ਮੈਨੂੰ ਕੀ ਹੋਇਆ? ਸੰਤ ਜਨਾ ਹਰ ਮੇਲ, ਸੰਤ ਜਨਾ, ਮੈਨੂੰ ਇਹ ਸਤ ਸੰਗਤ ਮੈਨੂੰ ਮੇਲ ਦੇ ਦਿੱਤੀ। ਮੈਨੂੰ ਉਸ ਪਰਮਾਤਮਾ ਨੇ ਇਹ ਨਹੀਂ ਮੈਨੂੰ ਕੋਈ ਸਰੀਰ ਦੇ ਦਿੱਤਾ, ਮੈਨੂੰ ਇਹ ਸਤ ਸੰਗਤ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਮੈਨੂੰ ਉਸ ਪਰਮਾਤਮਾ ਨੇ ਕੀ ਕੀਤਾ? ਇਹ ਸਾਧ ਸੰਗ ਦਾ ਮੈਨੂੰ ਮੇਲ ਕਰਾ ਦਿੱਤਾ। ਹਰ ਪਾਇਆ ਵੱਡ ਭਾਗੀਆਂ ਬਲਰਾਮ ਜੀਓ। ਹੇ ਰਾਮ ਜੀ, ਮੈਂ ਤੁਹਾਡੇ ਤੋਂ ਬਲਿਹਾਰ ਜਾਨਾ ਵਾਂ, ਮੈਨੂੰ ਇਹ ਸੱਚਖੰਡ ਦੀ ਸੰਗਤ ਤੁਸੀਂ ਮੈਨੂੰ ਦੇ ਦਿੱਤੀ ਹੈ, ਜਿੱਥੇ ਨਾਮ ਦੀ ਮਹਿਮਾ ਹੈ, ਜਿੱਥੇ ਖਾਲੀ ਗੱਲ ਨਾਮ ਦੀ ਹੈ। ਇੱਕ ਜਗ੍ਹਾ ਤੇ ਗੁਰੂ ਅਰਜਨ ਦੇਵ ਕਹਿੰਦੇ, ਮਨ ਲੋਚੇ ਹਰ ਮਿਲਣ ਕੋ ਕਿਉਂ ਦਰਸ਼ਨ ਪਾਈਆਂ, ਮੈਂ ਲੱਖ ਵਿੜਤੇ ਸਾਹਿਬਾ ਜੇ ਬਿੰਦ ਬੁਲਾਈਆਂ। ਮਹਾਰਾਜ ਕਹਿੰਦੇ, ਮੇਰੇ ਮਨ ਦੇ ਅੰਦਰ ਲੋਚਾ ਸੀ ਕਿ ਮੈਂ ਉਸ ਪ੍ਰਭੂ ਪਰਮਾਤਮਾ ਨੂੰ ਕਿਵੇਂ ਮਿਲਾਂ। ਤੇ ਮੈਂ ਕਹਿੰਦੇ ਨੇ, ਕੋਈ ਮੈਨੂੰ ਇਸ ਨੂੰ ਮਿਲਾ ਦੇਵੇ। ਜੇ ਕੋਈ ਮਿਲਾ ਦਿੰਦਾ, ਤੇ ਜਿਸ ਤਰ੍ਹਾਂ ਕੋਈ ਵਪਾਰੀ ਕਹਿੰਦਾ ਨਾ, ਮੈਂ ਕਮਾ ਕੇ ਲੱਖਾਂ ਕਮਾ ਲੇ, ਗੁਰੂ ਸਾਹਿਬ ਕਹਿੰਦੇ ਨੇ, ਮੈਂ ਸਮਝਾਂਗਾ ਮੈਂ ਵੀ ਲੱਖਾਂ ਕਮਾ ਲੇ। ਲੱਖ ਵਿੜਤੇ ਸਾਹਿਬਾ ਜੇ ਬਿੰਦ ਬੁਲਾਈਆਂ। ਜੇ ਰੱਬ ਤੂੰ ਮੈਨੂੰ ਥੋੜ੍ਹੇ ਜਿਹੇ ਦਰਸ਼ਨ ਦੇ ਦੇ, ਤੇ ਮੈਂ ਸਮਝਾਂ ਮੈਂ ਲੱਖਾਂ ਕਮਾ ਲੇ ਨੇ। ਮੈਂ ਚਾਰੇ ਕੁੰਡਾਂ ਭਾਲੀਆਂ, ਤੁਧ ਜੇਵੜ ਨਾ ਸਾਈਆਂ। ਮਹਾਰਾਜ ਕਹਿੰਦੇ, ਮੈਂ ਚਾਰੇ ਕੁੰਡਾਂ ਭਾਲ ਗਿਆ। ਤੇ ਸੰਤ ਜਨਾਂ ਨੂੰ ਮੈਂ ਬੇਨਤੀ ਕੀਤੀ, ਸੰਗਤ ਨੂੰ ਬੇਨਤੀ ਕੀਤੀ ਕਿ ਕਿਉਂ ਪ੍ਰਭੂ ਮਿਲਾਈਆਂ, ਮੈਂ ਕਿਵੇਂ ਪ੍ਰਭੂ ਨੂੰ ਮਿਲਾਂ। ਤੇ ਫਿਰ ਸਾਰੀ ਸੰਗਤ ਨੇ ਕਿਆ ਪਤਾ ਕੀ ਉਪਦੇਸ਼ ਦਿੱਤਾ? ਮਨ ਅਰਪੋਂ ਹੋਮੇ ਤਜੋ ਇਤ ਪੰਥ ਜੁਲਾਈਆਂ। ਆਪਣੇ ਮਨ ਨੂੰ ਗੁਰੂ ਦੇ ਅੱਗੇ ਅਰਪਣ ਕਰ ਦਿਓ, ਜਿਹੜੀ ਮੈਂ ਵੇ ਉਹਨੂੰ ਛੱਡ ਦਿਓ। ਇਸ ਤਰ੍ਹਾਂ ਤੁਹਾਨੂੰ ਗੁਰੂ ਦਾ ਇਹ ਰਸਤਾ ਪ੍ਰਾਪਤ ਹੋ ਜਾਏਗਾ। ਤੇ ਫਿਰ ਕੀ ਹੋਇਆ? ਮਹਾਰਾਜ ਕਹਿੰਦੇ, ਸਭੇ ਆਸਾਂ ਪੂਰੀਆਂ ਗੁਰ ਮਹਿਲ ਬੁਲਾਈਆਂ। ਜਦੋਂ ਮੈਂ ਇਸ ਤਰ੍ਹਾਂ ਦੇ ਰਾਹ ਤੇ ਚੱਲਣ ਲੱਗ ਪਿਆ, ਸਤ ਸੰਗਤ ਵਿੱਚੋਂ ਰੱਬ ਲੱਭਣਾ ਸ਼ੁਰੂ ਕੀਤਾ, ਤੇ ਕੀ ਹੋਇਆ? ਮੈਨੂੰ ਉਸ ਮਾਰਗ ਦੀ ਸੋਝੀ ਹੋ ਗਈ। ਤੇ ਫਿਰ ਮੈਂ ਸਮਝ ਗਿਆ ਕਿ ਪਰਮਾਤਮਾ ਤੁਹਾਡੇ ਵਰਗਾ ਕੋਈ ਵੀ ਨਹੀਂ। ਤਾਂ ਮੈਨੂੰ ਕੀ ਕੀਤਾ? ਮੈਨੂੰ ਜਦੋਂ ਖੁਸ਼ ਹੋਇਆ ਰੱਬ, ਮੈਨੂੰ ਇਹ ਸਤ ਸੰਗਤ ਦੀ ਘੜੀਆਂ ਮੈਨੂੰ ਬਖਸ਼ ਦਿੱਤੀਆਂ। ਨਿਰਮਲ ਹਰ ਪਾਇਆ ਹਰ ਗੁਣ ਗਾਇਆ, ਮੁਖ ਬੋਲੀ ਹਰ ਬਾਣੀ। ਕਹਿੰਦੇ, ਜਦੋਂ ਮੈਂ ਸਤ ਸੰਗਤ ਵਿੱਚ ਗਿਆ ਤੇ ਮੈਂ ਉਸ ਮਲ ਤੋਂ ਰਹਿਤ ਪਰਮਾਤਮਾ ਨੂੰ ਪਾ ਲਿਆ। ਦੇਖੋ, ਸੰਗਤ ਵਿੱਚ ਹੀ ਰੱਬ ਹੈ, ਹੋਰ ਕਿਧਰੇ ਇੱਧਰ ਉੱਧਰ, ਕਿਤੇ ਜੋਤਾਂ ਦੇ ਵਿੱਚ, ਕਿਤੇ ਤਸਵੀਰਾਂ ਵਿੱਚ, ਕਿਤੇ ਮੜੀਆਂ ਵਿੱਚ, ਕਿਤੇ ਮਸਾਣਾਂ ਵਿੱਚ, ਕਿਤੇ ਪਿੱਪਲਾਂ ਵਿੱਚ ਨਾ ਲੱਭੋ ਰੱਬ ਨੂੰ। ਇਹ ਸਭ ਜਿੰਨੀਆਂ ਮੈਂ ਗੱਲਾਂ ਕਰ ਰਿਹਾ ਨਾ, ਇਹ ਸਭ ਬਿਨਸ ਜਾਣੀਆਂ ਨੇ। ਸਰੀਰ ਦੀ ਕਿਰਿਆ ਕੋਈ ਵੀ ਹੋਈ ਹੋਏਗੀ ਨਾ, ਜਾਂ ਸਰੀਰ ਜੋ ਤੁਸੀਂ ਦੇਖ ਰਹੇ ਹੋ ਸੰਸਾਰ, ਇਹ ਸਭ ਬਿਨਸ ਜਾਣਾ ਹੈ। ਅਸੀਂ ਇਸ ਗੱਲ ਦਾ ਗਿਆਨ ਲੈ ਲਈਏ। ਮੈਂ ਅਕਸਰ ਬੇਨਤੀ ਕਰਨਾ, ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇਖੋ। ਇੱਕ ਵਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਾ ਜਲਦੀ ਵਿੱਚ ਜਾ ਰਹੇ ਸਨ ਕਿਤੇ, ਤੇ ਘੋੜੇ ਦੀ ਰਕਾਬ ਤੇ ਜਿਉਂ ਹੀ ਮਹਾਰਾਜ ਚਰਨ ਰੱਖਣ ਲੱਗੇ ਤੇ ਸਿੱਖ ਆ ਗਏ। ਤੇ ਮਹਾਰਾਜ ਨੇ ਕਿਹਾ, ਕੋਈ ਐਸਾ ਸਿੱਖ ਹੋਵੇ, ਹੁਣ ਧਿਆਨ ਨਾਲ ਸੁਣਨਾ, ਜਿਹੜਾ ਮੈਨੂੰ ਘੋੜੇ ਦੀ ਰਕਾਬ ਤੇ ਪੈਰ ਰੱਖਣ ਤੇ ਘੋੜੇ ਦੇ ਉੱਪਰ ਬਹਿਣ ਤੱਕ ਮੈਨੂੰ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਦੇ ਦੇ। ਧਿਆਨ ਦੇਣਾ, ਕੋਈ ਵੀ, ਕੋਈ ਸਰੀਰ ਐਨੀਬਡੀ, ਕੋਈ ਖੜਾ ਹੋ ਕੇ ਮੈਨੂੰ ਗੁਰੂ ਗ੍ਰੰਥ ਸਾਹਿਬ, ਤੁਸੀਂ ਕਹਿੰਦੇ ਨੇ ਵਿਚਾਰਧਾਰਾ ਸੁਣਦੇ ਰਹਿੰਦੇ ਹੋ ਨਾ, ਤੇ ਸਾਰੇ ਨੀਵੀਆਂ ਪੈ ਗਈਆਂ ਕਿ ਮਹਾਰਾਜ ਦੇ ਚਰਨ ਰੱਖਣ ਤੱਕ ਕਿੰਨੀ ਦੇਰ ਲੱਗਦੀ ਹੈ, ਘੋੜੇ ਤੇ ਪੈਰ ਰੱਖਣ ਤੇ, ਨੀਲੇ ਘੋੜੇ ਤੇ ਰੱਖਣ ਤੇ ਕਿੰਨੀ ਦੇਰ ਲੱਗਣੀ ਹੈ। ਤੇ ਉਸ ਵੇਲੇ
ਸਾਧ ਸੰਗਤ ਇੱਕ ਘਾਈਆ ਜਿਹੜਾ ਘਾਹ ਕੱਟਣ ਵਾਲਾ, ਜਾਂ ਇਸ ਤਰ੍ਹਾਂ ਕਹਿ ਲਓ ਘੋੜਿਆਂ ਦੀ ਸੇਵਾ ਕਰਨ ਵਾਲਾ ਕਹਿ ਲਓ, ਗੁਰੂ ਘਰ ਦਾ ਸੇਵਕ, ਅੰਤਕ ਸੇਵਕ, ਅਨਪੜ੍ਹ ਕਹਿ ਲਓ, ਜਿਹਨੂੰ ਕੋਈ ਗਿਆਨ ਨਹੀਂ ਦੁਨਿਆਵੀ ਪੜ੍ਹਾਈ ਦੇ ਅਨੁਸਾਰ। ਤੇ ਭਾਈ ਧੰਨਾ ਸਿੰਘ ਉਹਦਾ ਨਾਮ, ਮਹਾਰਾਜ ਦੇ ਚਰਨ ਫੜ ਲਏ। ਮਹਾਰਾਜ ਕਹਿੰਦੇ ਬੋਲ। ਕਹਿੰਦੇ ਮਹਾਰਾਜ ਤੁਸੀਂ ਕਿਹਾ ਘੋੜੇ ਦੀ ਰਕਾਬ ਤੇ ਪੈਰ ਰੱਖਣ ਤੱਕ, ਘੋੜੇ ਤੇ ਬਹਿਣ ਤੱਕ ਮੈਨੂੰ ਕੋਈ ਗੁਰੂ ਗ੍ਰੰਥ ਸਾਹਿਬ ਦੇ ਅਰਥ ਕਰ ਦੇ। 1430 ਅੰਕ ਨੇ, ਇੰਨੀ ਜਲਦੀ ਕੌਣ ਕਰ ਸਕਦਾ? ਪਰ ਤੁਸੀਂ ਥਾਪੜਾ ਰੱਖੋਗੇ ਨਾ ਮਹਾਰਾਜ, ਮੈਂ ਇਹਦੇ ਵੀ ਅਰਥ ਕਰ ਦਾਂਗਾ। ਤਾਂ ਮਹਾਰਾਜ ਨੇ ਥਾਪੜਾ ਰੱਖਿਆ। ਦੇਖੋ ਇਹ ਨਿਮਰਤਾ ਦੀ ਨਿਸ਼ਾਨੀ। ਗੁਰੂ ਸਾਹਿਬ ਕੋਲੋਂ ਕਦੀ ਕੋਈ ਚੀਜ਼ ਸਾਨੂੰ ਲੈਣੀ ਹੋਵੇ ਜਾਂ ਗੁਰੂ ਸਾਹਿਬ ਨੂੰ ਕੋਈ ਪਿਆਰ ਦੇਣਾ ਹੋਵੇ ਨਾ, ਉੱਥੇ ਹੰਕਾਰ ਨਹੀਂ। ਪ੍ਰੇਮ ਵਿੱਚ ਹੰਕਾਰ ਨਹੀਂ ਹੁੰਦਾ, ਪ੍ਰੇਮ ਵਿੱਚ ਤੇ ਮੈਂ ਨੂੰ ਸੁੱਟਣਾ ਹੁੰਦਾ ਹੈ। ਹੋ ਮੁਆ ਖੁਦਾ ਹੁਆ, ਜਬ ਮੇਰੀ ਮੇਰੀ करे तब लग काज एक नहीं सर है, जब मेरी मेरी मिट जाए तब प्रभ काज सवारे आए। उस वेले भाई धन्ना सिंह ने पता की किया, एक ओंकार सतगुर प्रसाद 567 वारी आया है गुरु ग्रंथ साहिब। ਇਹਦਾ मूल भाव यही है, वो परमात्मा एक है, सर्व व्यापक है और वो गुरु की कृपा तो बगैर नहीं मिल सकता। भाई धन्ना सिंह ने गुरु ग्रंथ साहिब के अर्थ मारे कहते ने कि तू ये जिहड़े अर्थ कीते ने ना, मेरे मन नूं जित लिया। जा निहाल निहाल निहाल। महाराज ने मुखों देखो किन्ना प्यार दिता, तू निहाल है। अगां भाव तेरियां पुस्तां भी सारियां 21 कुल्लां भी निहाल हो गईयां। तो गुरु ग्रंथ साहिब नूं समझण वास्ते एक दी गल समझनी पेगी। असी शरीर समझ के मनांगे ते असी उलझ जावांगे कि माता ने एवें कीता उवें कीता। नहीं भाई, गुरु शरीर नहीं है। मैं तो कई विआह मनाते ने, मैनूं अजीब ही लगता है। मैं कहना असी वेयर आर यू गोइंग, असी कित्थे जा रहे हैं, किहड़ा रस्ता है साडे कोल? असी ते शब्द दे नाल जुड़ना है, असी गुरु दी शरीर दे नाल नहीं जुड़ना। गुरु ने तो कह दिता मैं शरीर है ही नहीं। असी पौड़ियां नाल जुड़ गए, मंजिल तक ते पहुंच ही नहीं पाए। तो गुरु महाराज सुमत बख्शन, ज्ञान बख्शन, ये कोई खटास नहीं है, ये मन का वरबला है कि असी इतना ज्ञान लैन तो बाद असी एक नूं नहीं पढ़े तो असी विचारां कित्थे कित्थे कर रहे हैं। एक ओंकार वो एक है, तो वो कोई शब्द है। तो महाराज कहते ने जदों मैनूं संगत मिली तो संगत विच मैं उस प्रभु परमात्मा नूं पाया। जदों तुहानूं पता लग जाए रब यही कोई है तो तुसीं की करोगे? हर गुण गाया, मैं हरि दे गुण गाने जिहड़े तुसीं गा रहे हो, तुहानूं सोझी हो जाए। मैं कहना कोई कितना वड्डा भी कोई तो कोई भी होवे, दुनिया दा बादशाह होवे, राजा होवे, सिकदार होवे, सरदार होवे, कोई होवे, पर वो रब नहीं है। अगर इस पढ़ाई नूं मैं कहना, मैं इस उत्ते तवज्जो देना, मैं इस गल ते कहना वा कि भाई इन्हां दे हथ पल्ले कुछ नहीं जे किसे दे। सब जितने राजे महाराजे सिकदार तुसी देख रहे हो, सब हर के अर्थी है, सब हरि दे मंगते ने और सब ने एक दिन खत्म हो जाना जे। तो महाराज कहते ने जदों ये चीज़ का तेनों ज्ञान होएगा तू उहदे गुण गाएगा। मुख बोली हर बाणी, मुखों की बोलेगा? उहदी बाणी बोलेगा। सिर्फ वाहिगुरु उसके नाम दे नाल जुड़ेगा, जो शरीर है ही नहीं। रोज़ पढ़ते हो, ना रूप ना रेख ना रंग किछ, त्रेह गुण ते प्रभ पीन। ये माया दे 3 गुण ने, ये सब तो हट के परमात्मा है। ये तो दी बनाई माया रची हुई है, माया है वो रब दी रची हुई है। पर माया रब नहीं जे, रब नूं नहीं नसी उस माया नूं नहीं जपना। ये तो समझो रब दी बनाई हुई एक चूसनी है। बच्चे नूं चूसनी दिंदे आ ना, निप्पल जी, वो पी के बस ਉਹਦੇ ਵਿੱਚ ਇਹ ਚੂਸਨੀਆਂ ਨੇ। तो महाराज कहते हैं की होया फिर? संत जना वड भागी पाया। ये वड्डे भागां नाल सत संगत मिलती है। संत वो नहीं है जिहड़े पहरावे वाले, वो संत नहीं। संत तो एक आम सधारण वस्त्र विच भी हो जाता है। संत कोई भी हो सकता है, संत कोई पहरावे का नाम नहीं है। संत है किरदार का नाम। संत है जिहदे कोल सत है, संत है जिन्हां कोल गुण है, संत ओए जिहदे कोल
ਦੁਨਿਆਵੀ ਮਾਇਆ ਦੀ ਪਕੜ ਤੋਂ ਦੂਰ ਹੋ ਗਿਆ ਹੈ। ਹੁਣ ਮਾਇਆ ਦੀ ਪਕੜ ਵਿੱਚ ਨਹੀਂ ਹੈ, ਹੁਣ ਮਾਇਆ ਤੋਂ ਨਿਰਲੇਪ ਹੋ ਗਿਆ ਹੈ। ਮਾਇਆ ਤੋਂ ਮਤਲਬ ਕਿ ਇਸ ਤਰ੍ਹਾਂ ਕਰ ਲਓ, ਉਹ ਪਕੜ ਤੋਂ ਹਟ ਕੇ ਪਰਮਾਤਮਾ ਨਾਲ ਉਹਦੀ ਸਾਂਝ ਬਣ ਗਈ ਹੈ। ਤੁਮਾਰੇ ਕਹਿੰਦੇ ਨੇ ਸੰਤ ਜਨਾ ਵਡਭਾਗੀ ਪਾਇਆ, ਹਰ ਕਥੀਏ ਅਖਤ ਕਹਾਣੀ। ਅਸੀਂ ਉਸ ਪਰਮਾਤਮਾ ਦੀਆਂ ਹਰੀ ਦੀਆਂ ਫਿਰ ਕਥਾ ਕਹਾਣੀਆਂ ਕਰਨੀਆਂ। ਮਹਾਰਾਜ ਵੀ ਤਾਂ ਇਹੀਓ ਕਹਿੰਦੇ ਨੇ, ਉਹਨੇ ਪੜ੍ਹ ਕੇ ਆਇਓ, ਆਵੋ ਸੰਤ ਪਿਆਰਿਓ ਅਕਥ ਕੀ ਕਰੇ ਕਹਾਣੀ। ਆਓ ਉਸ ਅਕਥ ਜਿਹੜਾ ਨਾ ਕਥਿਆ ਜਾਣ ਵਾਲਾ ਪਰਮਾਤਮਾ ਹੈ, ਉਸ ਨੂੰ ਕਥੀਏ। ਆਵੋ ਸੰਤ ਪਿਆਰਿਓ ਕਥ ਕੀ ਕਰੇ ਕਹਾਣੀ, ਕਰੇ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਏ। ਆਓ ਅਸੀਂ ਮਿਲ ਕੇ ਸੰਤ ਜਨੋਂ ਮਿਲ ਕੇ ਉਹਦੀ ਪਰਮਾਤਮਾ ਦੀਆਂ ਸਿਫਤਾਂ ਕਰੀਏ ਔਰ ਵਿਚਾਰ ਕਰੀਏ ਕਿਵੇਂ ਉਸ ਦੇ ਘਰ ਪਹੁੰਚਿਆ ਜਾਇਆ ਜਾ ਸਕਦਾ ਹੈ। ਆਵੋ ਸੰਤ ਪਿਆਰਿਓ ਅਕਥ ਕੀ ਕਰੇ ਕਹਾਣੀ, ਕਰੇ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਏ। ਤੁਮਾਰੇ ਕਹਿੰਦੇ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨੀਏ ਪਾਈਏ। ਉਹਦੇ ਹੁਕਮ ਨੂੰ ਮੰਨ ਲੈ, ਉਹਦੀ ਰਜ਼ਾ ਨੂੰ ਮੰਨ ਲੈ। ਆਓ ਅਸੀਂ ਮਿਲ ਕੇ ਇਹ ਕਾਰਨ, ਇਹ ਉਸ ਅਕਥ ਪਦ ਪ੍ਰਭੂ ਦੀਆਂ ਗੱਲਾਂ ਬਾਤਾਂ ਕਰੀਏ। ਮੈਂ ਬੇਨਤੀ ਕਰਨਾ ਵਾ, ਜਿੱਥੇ 4-5 ਵੀਰ ਭੈਣ ਤੁਸੀਂ ਸਤਸੰਗੀ ਇਕੱਠੇ ਹੁੰਦੇ ਹੋ ਨਾ, ਕੋਸ਼ਿਸ਼ ਕਰਿਆ ਕਰੋ ਉੱਥੇ ਦੁਨਿਆਵੀ ਗੱਲਾਂ ਨਾ ਕਰਿਆ ਕਰੋ ਵੀ ਭਰਾ ਤੇਰਾ ਕੀ ਹਾਲ ਹੈ, ਤੇਰੇ ਮਾਮੇ ਦਾ ਕੀ ਹਾਲ ਹੈ, ਤੇਰਾ ਬਿਜ਼ਨਸ ਕੀ ਚੱਲ ਰਿਹਾ। ਉੱਥੇ ਬੈਠ ਕੇ ਉਸ ਵਿਸ਼ਾਲ, ਉਸ ਅਗਮ, ਉਸ ਅਥਾਹ ਪ੍ਰਭੂ ਦੀਆਂ ਵਡਿਆਈਆਂ ਮਿਲ ਬੈਠ ਕੇ ਸਾਂਝ ਕਰਿਆ ਕਰੋ। ਦੇਖੋ ਉਹਦੇ ਵਿੱਚ ਕੀ ਹੁੰਦਾ ਹੈ, ਜਦੋਂ ਤੱਕ ਤੁਸੀਂ ਗੱਲਾਂ ਕਰੋਗੇ ਪਰਮਾਤਮਾ ਦੀਆਂ, 2 ਗੱਲਾਂ ਸੁਣੋਗੇ 4 ਸੁਣਾਓਗੇ, ਜਾਂ 4 ਸੁਣੋਗੇ 2 ਸੁਣਾਓਗੇ, ਕੀ ਹੋਏਗਾ? ਤੁਹਾਡੀ ਗਿਆਨ ਦੇ ਵਿੱਚ ਵਾਧਾ ਹੋਏਗਾ, ਤੁਹਾਨੂੰ ਉਸ ਪ੍ਰਭੂ ਪਰਮਾਤਮਾ ਬਾਰੇ ਪਤਾ ਲੱਗੇਗਾ। ਔਰ ਦੂਜਾ, ਦੁਨੀਆ ਦੀ ਨਿੰਦਾ ਤੋਂ ਬਚ ਜਾਓਗੇ। ਜਿੱਥੇ ਵੀ ਮਿਲੋ 4-5 ਸਰੀਰ, ਕੋਸ਼ਿਸ਼ ਕਰੋ ਬੈਠ ਕੇ ਉਸ ਅਕਥ ਪ੍ਰਭੂ ਦੀਆਂ ਗੱਲਾਂ ਕਰੋ। ਜਿਉਂ-ਜਿਉਂ ਗੱਲਾਂ ਕਰੋਗੇ ਤੁਹਾਨੂੰ ਖਜ਼ਾਨੇ ਮਿਲਣਗੇ। ਬੜੇ ਗੁਰੂ ਦੇ ਪਿਆਰੇ ਐਸੇ ਨੇ, ਐਸੀ ਪਰਮਾਤਮਾ ਦੀਆਂ ਗੱਲਾਂ ਕਰਦੇ ਨੇ ਜਿਹੜਾ ਤੁਹਾਡਾ ਮਨ ਮੋਹਿਆ ਜਾਏਗਾ। ਤਾਂ ਉਹ ਸਮਾਂ ਵੀ ਸਫਲਾ ਹੋ ਜਾਂਦਾ, ਉਹ ਵੀ ਸਤਸੰਗਤ ਹੋ ਜਾਂਦੀ ਹੈ। ਜਿੱਥੇ 2 ਵੀ ਬਹਿ ਕੇ ਅਸੀਂ ਗੁਰੂ ਦੀ ਗੱਲ ਕਰ ਲਈਏ ਨਾ, ਏਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ। ਭਾਈ ਸਾਹਿਬ ਗੁਰਦਾਸ ਜੀ ਕਹਿੰਦੇ ਨੇ, ਇੱਕ ਸਿੱਖ, ਉਹ ਇੱਕੇ ਸਿੱਖ ਸਿੱਖਿਆ ਲੈਣ ਵਾਲਾ। 2 ਬਹਿ ਗਏ, ਉਹ ਸਾਧ ਸੰਗ ਹੋ ਗਈ। ਕਦੋਂ? ਜਿੱਥੇ ਨਾਮ ਦੀ ਗੱਲ ਹੈ। ਸਤ ਸੰਗਤ ਕੈਸੀ ਜਾਣੀ ਹੈ? ਜਿੱਥੇ ਇੱਕੋ ਨਾਮ ਵਖਾਣੀ ਹੈ, ਇੱਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਜਿੱਥੇ 2 ਬੈਠ ਕੇ ਪਰਮਾਤਮਾ ਦੀ ਤੁਸੀਂ ਗੱਲ ਕਰ ਰਹੇ ਹੋ ਨਾ, ਭਾਵੇਂ ਭਰਾ ਨੇ ਭੈਣ ਨੇ, ਕੋਈ ਰਿਸ਼ਤਾ ਹੈ, ਜੇ ਪਰਮਾਤਮਾ ਦੀ ਗੱਲ ਕਰ ਰਹੇ ਹੋ, ਉਹ ਵੀ ਸਤ ਸੰਗਤ ਹੈ। ਏਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ। ਜਿੱਥੇ 5 ਮਿਲ ਗਏ, ਉਹ ਤੇ ਫਿਰ ਪਰਮੇਸ਼ਰ ਦਾ ਹੀ ਰੂਪ ਹੋ ਗਏ। 5 ਪ੍ਰਵਾਨ 5 ਪ੍ਰਧਾਨ ਪੰਚੇ ਪਾਵੇਂ ਦਰਗਾ ਮਾਨ। ਤੇ ਇਹ ਤੇ ਸਤ ਸੰਗਤ ਹੈ। ਤਾਂ ਮਹਾਰਾਜ ਕਹਿੰਦੇ ਨੇ, ਸੰਤ ਜਨਾ ਵਡਭਾਗੀ ਪਾਇਆ, ਹਰ ਕਥੀਏ ਅਕਥ ਕਹਾਣੀ। ਹਿਰਦੈ ਹਰ 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 ਧਨ ਉਪਜੀ। ਜਦੋਂ ਉਸ ਪ੍ਰਭੂ ਪਰਮਾਤਮਾ ਦੀਆਂ ਬੈਠ ਕੇ ਅਸੀਂ ਸਿਫਤਾਂ ਹੀ ਕਰਦੇ ਰਹਾਂਗੇ ਨਾ, ਫਿਰ ਹਿਰਦੇ ਅੰਦਰ ਕੀ ਹੋਏਗਾ ਕਿ ਉਸ ਦੀ ਜਿਹੜੀ ਧੁਨ ਉਪਜੀ, ਜਿਹੜੀ ਸਦਾ ਰੋਂਦ ਚੱਲਣ ਵਾਲੀ ਜਿਹੜੀ ਸਾਡੀ ਜਾਮ ਪਈ ਸੀ ਨਾ, ਉਹ ਰੋਜ਼ ਚੱਲ ਪਏਗੀ। ਉਹ ਰੋਹ ਨੂੰ ਅਸੀਂ ਚਲਾਉਣਾ ਹੈ। ਜਿਸ ਤਰ੍ਹਾਂ ਖੂਹ ਦੀਆਂ ਟਿੰਡਾਂ ਬੰਦ ਹੋਣ ਨਾ ਤੇ ਜਾਮ ਹੋ ਜਾਂਦੀਆਂ ਨੇ। ਅਸੀਂ ਕਿਉਂ ਵਾਹਿਗੁਰੂ ਵਾਹਿਗੁਰੂ ਕਹਿਣਾ? ਤੇ ਮਹਾਰਾਜ ਤੇ ਕਹਿ ਰਹੇ ਨੇ, ਏਕ ਚਿੱਤ ਜੇ ਇੱਕ ਛਿਨ ਤੇ ਆਇਓ, ਕਾਲ ਪਾਸ ਕੇ ਵਿੱਚ ਨਾ ਆਇਓ। ਅਰੇ ਇੱਕ ਵਾਰੀ ਵਾਹਿਗੁਰੂ ਕਹਿਣਾ ਰੱਬ ਮਿਲ ਜਾਏਗਾ, ਤੇ ਫਿਰ ਇੰਨੀ ਵਾਰੀ ਵਾਹਿਗੁਰੂ ਕਹਿਣ ਦਾ ਕੀ ਲਾਭ ਹੈ? ਸਾਧ ਸੰਗਤ, ਉਸ ਇੱਕ ਛਿਨ ਨੂੰ ਲਿਆਉਣ ਵਾਸਤੇ ਸਾਨੂੰ ਲੱਖਾਂ ਕਰੋੜਾਂ ਵਾਰੀ ਵਾਹਿਗੁਰੂ ਕਹਿਣਾ ਪਏਗਾ, ਤਾਂ ਕਿ ਉਹ ਸਾਡੀ ਰੋਂਦ ਚੱਲ ਜਾਏ। ਅਸੀਂ ਤੇ ਹਲੇ ਮੁੱਖੋਂ ਹੀ ਹਰ ਬੋਲ ਰਹੇ, ਖਾਲੀ ਮੁੱਖੋਂ, ਹਲੇ ਅੰਦਰੋਂ ਨਹੀਂ ਬੋਲ ਰਹੇ। ਉਹ ਅੰਦਰ ਦੀ ਅਵਸਥਾ ਦੀ ਗੱਲ ਕਹੀਏ, ਇੱਕ ਚਿੱਤ ਜੇ ਇੱਕ ਛਿਨ ਤੇ ਆਇਆ। ਇਸ ਤਰ੍ਹਾਂ ਦੇ ਸਭ ਕੋਈ ਕਹਿਣ ਵਾਹਿਗੁਰੂ ਤੇ ਬਖਸ਼ਿਆ ਜਾਏਗਾ? ਨਹੀਂ, ਜਦ ਤੱਕ ਅੰਦਰੋਂ ਉਸ ਜਿਹੜੀ ਜਾਮ ਰੋਹ ਨੂੰ ਅਸੀਂ, ਜਿਸ ਤਰ੍ਹਾਂ ਇੱਕ ਮਾਲਾ ਹੈ, ਉਹਨੂੰ ਅਸੀਂ ਰਾਊਂਡ ਲੈਣਾ ਹੈ, ਤੇ ਉਹਨੂੰ ਚਲਾਉਣ ਵਾਸਤੇ ਸਾਨੂੰ ਬਾਰ-ਬਾਰ ਬਾਰ ਪ੍ਰਭ ਜਪੀਏ। ਪੀ ਅੰਮ੍ਰਿਤ ਇਹ ਮਨ ਤਨ ਤਰਪੀਏ। ਉਹਨੂੰ ਬਾਰ-ਬਾਰ ਜਪਣਾ ਹੈ। ਜਿਉਂ-ਜਿਉਂ ਜਪਾਂਗੇ ਤਾਂ ਕੀ ਹੋਏਗਾ? ਫਿਰ ਸਾਡੇ ਅੰਦਰ ਉਹ ਜਿਹੜੀ ਸਹਿਜ ਜਿਹੜੀ ਅੰਦਰ ਧੁਨੀ ਹੈ ਨਾ, ਉਹ ਸਾਡੀ ਵੱਜ ਪਏਗੀ। ਫਿਰ ਤੁਸੀਂ ਕਿੱਥੇ ਗੱਲ ਵੀ ਕਰ ਰਹੇ ਹੋ। ਗੁਰੂ ਨਾਨਕ ਪਾਤਸ਼ਾਹ ਨੇ, ਜੇ ਗੁਰੂ ਅਰਜਨ ਦੇਵ ਮਹਾਰਾਜ ਕਹਿ ਰਹੇ ਨੇ, ਸਾਜ ਸਾਜ ਸਿਮਰੋ ਗੋਬਿੰਦ,
ਤੇ ਮਾਰੇ ਤੇ ਫਿਰ ਸਾਸ ਕਿਵੇਂ ਸਿਮਰਨਗੇ? ਉਹ ਤੇ ਗੱਲਾਂ ਵੀ ਕਰਦੇ ਨੇ ਕਈ ਵਾਰੀ ਸੰਸਾਰ ਦੇ ਵਿੱਚ, ਕਈ ਵਾਰੀ ਬਾਣੀ ਵੀ ਉਚਾਰਦੇ ਨੇ, ਕਈ ਵਾਰੀ ਸੇਵਾ ਵੀ ਕਰਦੇ ਨੇ, ਕਈ ਵਾਰੀ ਪਰਿਵਾਰ ਦੇ ਨਾਲ ਵੀ ਪਰਿਵਾਰਿਕ ਗੱਲ ਵੀ ਕਰਦੇ ਹੋਣੇ ਨੇ। ਸਰੀਰ ਇਸ ਜਦੋਂ ਹੈਗੇ ਤੇ ਹੁਣ ਵੀ ਨੇ, ਜਦੋਂ ਸਰੀਰ ਇਸ ਗੱਲ ਵੀ ਕਰਦੇ। ਸਾਸ ਸਿਮਰਨ ਦੀ ਮਤਲਬ ਅੰਦਰ ਉਹਨਾਂ ਦੀ ਰੋਹ ਜਿਹੜੀ ਧੁਨ ਹੈ ਉਹ ਸਦਾ ਹੀ ਚਲਦੀ। ਇੱਕ ਓੰਕਾਰ, ਕਾਰ ਹੁੰਦੀ ਲਗਾਤਾਰ, ਇੱਕ ਰਸ ਟੁੱਟਣ ਵਾਲਾ ਨਹੀਂ। ਰੱਬ ਹੈ ਨਾ ਜਿਹੜਾ ਟੁੱਟਦਾ ਨਹੀਂ। ਅਸੀਂ ਤੇ ਹੁਣ ਯਾਦ ਕੀਤਾ, ਫਿਰ ਪਤਾ ਨਹੀਂ ਕਦੋਂ ਕਰਨਾ। ਫਿਰ ਸ਼ਾਮੀ ਦੁਪਹਿਰੀ ਫਿਰ ਕਹਿੰਦੇ ਅੱਛਾ ਬਾਬਾ ਜੀ ਹੁਣ ਸ਼ਾਮੀ ਮਿਲਾਂਗੇ, ਤੇ ਜੋ ਰਾਤ ਹੋ ਫਿਰ ਬਾਬਾ ਜੀ ਹੁਣ ਸਵੇਰੇ ਮਿਲਾਂਗੇ। ਸਾਡਾ ਇਹੀ ਹੈ ਨਾ, ਸਾਡਾ ਇੱਕ ਰਸ ਨਹੀਂ ਹੈ। ਪਰਮਾਤਮਾ ਇੱਕ ਰਸ ਹੈ। ਤਾਂ ਮਹਾਰਾਜ ਕਹਿੰਦੇ ਨੇ ਜਦੋਂ ਮੇਰੇ ਹਿਰਦੇ ਦੇ ਵਿੱਚ ਹਿਰਦੈ ਹਰ 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 ਧੁਨ ਉਪਜੀ, ਹਰ ਜਪੀਏ ਮਸਤਕ ਭਾਗ ਜੀਓ। ਪਰ ਉਹੀ ਜਪ ਸਕਦਾ ਹੈ ਜਿਹਦੇ ਮੱਥੇ ਤੇ ਉਸ ਪਰਮਾਤਮਾ ਨੇ ਭਾਗ ਲਿਖੇ ਹੁੰਦੇ ਨੇ। ਹਰ ਕੋਈ ਨਹੀਂ ਜਾ ਸਕਦਾ। ਗੁਣ ਨਿਧਾਨ ਗੁਣ ਤਿਨ ਹੀ ਗਾਏ, ਜਾਕੋ ਕਿਰਪਾ ਤਾਰੇ। ਜਿਹਦੇ ਉੱਤੇ ਕਿਰਪਾ ਕਰਦਾ ਹੈ, ਜਿਸ ਨੂੰ ਤੇਰੀ ਨਦਰ ਸੋ ਤੇਰੀ ਬੰਦਗੀ। ਬਿਨਾਂ ਨਦਰ ਤੋਂ ਉਹਦੀ ਬੰਦਗੀ ਵੀ ਨਹੀਂ ਹੋਣੀ। ਜੇ ਇਹ ਮਤ ਖੋਲੋ ਕਿ ਮੈਂ ਉੱਠ ਸਕਣਾ, ਮੈਂ ਜਪ ਸਕਣਾ। ਤਾਂ ਮਹਾਰਾਜ ਕਹਿੰਦੇ ਨੇ ਜਨ ਨਾਨਕ ਬੋਲੇ ਤੀਜੀ ਲਾਵੇਂ, ਹਰ ਉਪਜੈ ਮਨ ਬੈਰਾਗ ਜੀਓ। ਇਸ ਕਰਕੇ ਮੇਰੇ ਅੰਦਰ ਬੈਰਾਗ ਆ ਗਿਆ। ਤਾਂ ਅਸੀਂ ਬੈਰਾਗ ਨੂੰ ਸਮਝਣ ਦਾ ਕੀਤਾ ਸੀ ਨਾ। ਇਹ ਤੀਜੀ ਲਾਭ ਹੈ ਜੋ ਗੁਰੂ ਸਾਹਿਬ ਕਹਿੰਦੇ ਨੇ ਮੇਰੇ ਮਨ ਵਿੱਚ ਨਾ ਉਸ ਪ੍ਰਭੂ ਪਰਮਾਤਮਾ ਦੇ ਪ੍ਰਤੀ ਬੈਰਾਗ ਆ ਗਿਆ ਹੈ। ਉਦੋਂ ਤੱਕ ਬੈਰਾਗ ਨਹੀਂ ਆਉਣਾ ਜਦ ਤੱਕ ਸੰਸਾਰ ਦੀ ਮੋਹ ਮਾਇਆ ਦੇ ਵਿੱਚ ਅਸੀਂ ਫਸੇ ਹੋਏ ਹਾਂ। ਜਦੋਂ ਤੱਕ ਕਾਮ ਕ੍ਰੋਧ ਲੋਭ ਹੰਕਾਰ ਨੇ ਸਾਨੂੰ ਜਕੜਿਆ ਹੋਇਆ ਹੈ। ਅਰਦਾਸ ਕਰਿਆ ਕਰੋ ਮੇਰੀ ਵੀ ਆਪਣੀ ਵੀ, ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ। ਇਹ ਭੀਤਰ ਤੇ ਇਨ ਕੋ ਡਾਰੋ, ਆਪਨ ਨਿਕਟ ਬੁਲਾਵੋ। ਆਪਣੀ ਵਿਦ ਆਪ ਜਨਾਵੋ, ਹਰ ਜਨ ਮੰਗਲ ਗਾਵੋ। ਬਿਸਰ ਨਾਹੀ ਕਬੂ ਹੀ ਹੈ ਤੇ ਇਹ ਵਿਦ ਮਨ ਮੇ ਪਾਵੋ। ਗੁਰ ਪੂਰਾ ਭੇਟਿਓ ਵਡ ਭਾਗੀ, ਜਨ ਨਾਨਕ ਕਤੇ ਨਾ ਤਾਵੋ। ਅਰਦਾਸ ਕਰੋ ਜਦੋਂ ਇਹ ਸੰਸਾਰਿਕ ਮੋਹ ਮਾਇਆ ਦੀ ਪਕੜ, ਮਾਇਆ ਮੈਂ ਪਹਿਲਾਂ ਕਿਹਾ ਛੱਡਣਾ ਨਹੀਂ ਹੈ। ਮਾਇਆ, ਇਹ ਮਾਇਆ ਤਾਕੀ ਇਹ ਛਾਇਆ, ਇਹ ਛਾਇਆ ਹੈ। ਅਸੀਂ ਛਾਇਆ ਦੇ ਨਾਲ ਜੱਫੇ ਮਾਰ ਬੈਠੇ ਹਾਂ। ਤੇ ਜਦੋਂ ਛਾਇਆ ਤੁਹਾਨੂੰ ਪਤਾ ਕਿਤਨਾ ਕੁ ਚਿਰ ਰਹਿਣੀ ਹੈ। ਇਹ ਤੇ ਥੋੜਾ ਟਾਈਮ ਹੀ ਹੈ। ਇਹ ਤੇ ਜੈਸੇ ਜਲ ਤੇ ਬੁੱਧ ਬੁੱਧਾ, ਇਹ ਤੇ ਜਲ ਦਾ ਬੁੱਧ ਬੁੱਧ ਹੈ, ਕਿੰਨੀ ਕੁ ਦੇਰ ਰਹਿਣਾ। ਇਹ ਸਾਡੀ ਮਾਇਆ ਦੀ ਖੇਡ ਹੈ। ਜਦੋਂ ਸਾਨੂੰ ਇਸ ਗੱਲ ਦੀ ਸਮਝ ਆ ਗਈ, ਅਸੀਂ ਫਿਰ ਪਰਿਵਾਰ ਵਿੱਚ ਸੰਸਾਰ ਵਿੱਚ ਰਹਿੰਦੇ ਸਗਲ ਸੰਗ ਆਤਮ ਉਦਾਸ। ਉਸ ਆਤਮਾ ਉਸ ਦੇ ਵਿੱਚ ਪਰਮਾਤਮਾ ਦੇ ਨਾਮ ਦੇ ਪ੍ਰਤੀ ਉਦਾਸ ਰਵਾਂਗੇ। ਕਿਉਂ? ਕਿਉਂਕਿ ਸਾਨੂੰ ਉਹਦੇ ਨਾਲ ਮੇਲ ਹੋਣਾ ਹੈ। ਜਦੋਂ ਤੁਹਾਨੂੰ ਕੋਈ ਚੀਜ਼ ਨਾ ਮਿਲੇ ਤੇ ਤੁਸੀਂ ਕੀ ਕਰਦੇ ਹੋ? ਉਦਾਸ ਹੁੰਦੇ ਹੋ ਨਾ ਕਿ ਇਹ ਮਿਲਣੀ ਚਾਹੀਦੀ ਹੈ। ਇਹ ਮੇਰੇ ਘਰ ਜੇ ਕਾਰ ਨਹੀਂ ਹੈ, ਕਾਰ ਆਉਣੀ ਚਾਹੀਦੀ ਹੈ। ਫਰਿੱਜ ਨਹੀਂ ਹੈ, ਆਉਣਾ ਚਾਹੀਦਾ। ਇੱਕ ਮੇਰਾ ਮਕਾਨ, ਇੱਕ ਮੇਰੀ ਫਲੋਰ ਆਪਣੀ ਹੋਣੀ ਚਾਹੀਦੀ। ਤੇ ਅਸੀਂ ਕੀ ਹੁੰਦੇ ਹਾਂ? ਅਸੀਂ ਮਨ ਵਿੱਚ ਉਦਾਸ ਹੁੰਦੇ ਹਾਂ। ਇਹੀ ਹੈ ਨਾ ਦੁਨਿਆਵੀ ਚੀਜ਼ਾਂ ਜਦੋਂ ਨਹੀਂ ਹੁੰਦੀਆਂ। ਮੈਂ ਦੁਨਿਆਵੀ ਗੱਲਾਂ ਕਰ ਰਿਹਾ ਕਿ ਸਾਡੇ ਕੋਲ ਕਾਰ ਨਹੀਂ ਹੈ, ਪੜੋਸੀ ਕੋਲ ਕਾਰ ਹੈ, ਮੇਰੇ ਰਿਸ਼ਤੇਦਾਰ ਕੋਲ ਕਾਰ ਹੈ, ਉਹਦੇ ਕੋਲ ਵੱਡੀ ਫਲੋਰ ਹੈ, ਜਾਂ ਮੇਰੇ ਕੋਲ ਫਲੋਰ ਹੈ, ਮੈਨੂੰ ਉਹਦੇ ਕੋਲ ਵੱਡਾ ਘਰ ਹੈ, ਮੇਰੇ ਕੋਲ ਵੱਡਾ ਘਰ ਨਹੀਂ। ਤੇ ਸਾਡਾ ਕੀ ਹੁੰਦਾ? ਸਾਡਾ ਮਨ ਉਦਾਸ ਹੁੰਦਾ ਨਾ ਕਿ ਇਹ ਚੀਜ਼ ਦੀ ਘਾਟ ਹੈ। ਅਸੀਂ ਫਿਰ ਉਦਾਸੀ 'ਚ ਰਹਿੰਦੇ ਹਾਂ। ਤੇ ਜੇ ਇਹ ਫਾਰਮੂਲਾ ਅਸੀਂ ਰੱਬ ਦੇ ਨਾਲ ਲਾ ਦਈਏ, ਕਦੀ ਇਹ ਵੀ ਅਹਿਸਾਸ ਕਰੀਏ ਕਿ ਅਸੀਂ ਵੀ ਰੱਬ ਤੋਂ ਵਿਛੜੇ ਹੋਏ ਹਾਂ। ਇਹ ਜੂਨਾਂ ਵਿੱਚ ਆਏ ਹੋਏ, ਆਏ ਅਨਕ ਜਨਮ ਭ੍ਰਮ ਸਰਨੀ। ਕਿੰਨੇ ਜਨਮਾਂ ਤੋਂ ਅਸੀਂ ਭ੍ਰਮ ਕੇ ਇਸ ਸ਼ਰਨ ਵਿੱਚ ਆਏ ਹਾਂ, ਇਸ ਮਨੁੱਖਾ ਦੇਹੀ ਵਿੱਚ ਆਏ ਹਾਂ। ਭਜੋ ਗੋਬਿੰਦ ਭੂਲ ਮਤ ਜਾਓ, ਮਾਨਸ ਜਨਮ ਕਾ ਇਹੀ ਲਾਓ। ਹੁਣ ਇਹੀ ਸਮਾਂ ਹੈ। ਜੇ ਹੁਣ ਵੀ ਸਾਨੂੰ ਅਹਿਸਾਸ ਹੋ ਗਿਆ, ਜਦੋਂ ਸੰਸਾਰ ਦਾ ਪਤਾ ਲੱਗ ਗਿਆ ਇਹ ਸਭ ਸੰਸਾਰ ਝੂਠਾ ਹੈ, ਜਗ ਰਚਨਾ ਸਭ ਝੂਠ ਹੈ, ਜਾਣ ਲਿਓ ਰੇ ਮੀਤ। ਜਦੋਂ ਸੰਸਾਰ ਦੀ ਇਸ ਗੱਲ ਤੋਂ ਸਾਡੀ ਪਕੜ ਹਟੇਗੀ, ਜਦੋਂ ਸੰਸਾਰ ਤੋਂ ਇੱਕ ਚੀਜ਼ ਛੱਡੋਗੇ ਨਾ ਤੇ ਦੂਜੀ ਦੀ ਚਾਹਤ ਹੋਏਗੀ। ਜਦੋਂ ਸੰਸਾਰ ਦੀ ਪਕੜ ਛੱਡੋਗੇ ਨਾ, ਨਿਰੰਕਾਰ ਦੇ ਮਿਲਣ ਦੀ ਤੁਹਾਡੇ ਅੰਦਰ, ਉਹਨੂੰ ਕਹਿੰਦੇ ਨੇ ਬੈਰਾਗ ਆਏਗਾ। ਤਾਂ ਮਹਾਰਾਜ ਇਹੀ ਕਹਿ ਰਹੇ ਨੇ ਤੀਜੀ ਲਾਅ ਵਿੱਚ ਕੀ ਹੋਇਆ? ਜਨ ਨਾਨਕ ਬੋਲੇ। ਨਾਨਕ ਪਾਤਸ਼ਾਹ ਉਸ ਵੱਡੇ ਸਤਿਗੁਰਾਂ ਦੀ ਮੋਹਰ ਲਾ ਕੇ, ਇਹ ਸਤਿਕਾਰ ਹੈ, ਇਹ ਵੱਡਿਆਂ ਨੂੰ ਮਾਣ ਦੇ ਕੇ ਗੁਰੂ ਰਾਮਦਾਸ ਜੀ ਕੀ ਕਹਿ ਰਹੇ ਨੇ? ਜਨ ਨਾਨਕ ਬੋਲੇ। ਕੀ ਬੋਲਦੇ ਨੇ? ਤੀਜੀ ਲਾਵੇਂ। ਇਹ ਤੀਜੀ ਲਾਭ ਜਦੋਂ ਜੀਵ ਇਸਤਰੀ ਲੈਂਦੀ ਹੈ ਇੱਕ ਪਤੀ ਦੇ ਨਾਲ, ਤੇ ਜਾਂ ਆਤਮਾ ਰੂਪੀ ਜੀਵ ਇਸਤਰੀ ਜਦੋਂ ਪਰਮਾਤਮਾ ਦੇ ਨਾਲ ਮੇਲ ਹੁੰਦਾ ਹੈ, ਹਰ ਉਪਜੈ ਮਨ
ਬੈਰਾਗ ਜੀਓ। ਉਹਦੇ ਅੰਦਰ ਮਨ ਵਿੱਚ ਬੈਰਾਗ ਆ ਜਾਂਦਾ, ਉਹਨੂੰ ਸਮਝ ਆ ਜਾਂਦੀ ਹੈ ਕਿ ਮੈਂ ਪ੍ਰਭੂ ਤੋਂ ਵਿਛੜਿਆ ਹੋਇਆ ਵਾਂ ਅਤੇ ਮੇਰਾ ਮਿਲਾਪ ਹੋਣਾ ਲਾਜ਼ਮੀ ਹੈ। ਫਿਰ ਉਹ ਉਦਾਸ ਰਹਿੰਦਾ ਹੈ, ਫਿਰ ਉਹ ਹਰ ਵੇਲੇ ਦੁਨੀਆ ਵਿੱਚ ਰਹਿੰਦਾ, ਕਹਿੰਦਾ ਯਾਰ ਤੇਰੇ ਕੋਲ ਸਭ ਕੁਛ ਹੈ, ਸਾਰਾ ਕੁਛ ਧਨ ਦੌਲਤ ਸਭ ਕੁਛ ਹੈ, ਪਰਿਵਾਰ ਤੇਰਾ ਠੀਕ ਹੈ, ਉਦਾਸ ਕਿਉਂ ਹੈ? ਤੋ ਇਹੀ ਕਹਿੰਦਾ ਹੈ ਕਿ ਉਸ ਮੈਂ ਪਰਮਾਤਮਾ ਤੋਂ ਵਿਛੜਿਆ ਹੋਇਆ ਹਾਂ, ਜਿਹਦੇ ਕਰਕੇ ਮੈਨੂੰ ਉਦਾਸੀ ਹੈ, ਮੇਰੇ ਅੰਦਰ ਵਿਰਾਗ ਹੈ। ਅਰਦਾਸ ਕਰੋ ਸੱਚੇ ਪਿਤਾ, ਇਹ ਉਦਾਸੀ, ਇਹ ਵਿਰਾਗ ਸਾਡੇ ਵਿੱਚ ਵੀ ਆਵੇ। ਅਸੀਂ ਵੀ ਉਦੋਂ ਹੀ ਆ ਸਕਦਾ ਜਦੋਂ ਤੁਸੀਂ ਉਦਾਸ ਹੋਗੇ। ਕੀ ਕਰੋਗੇ? ਸਿਫਤੀ ਰੱਤਾ ਸਦ ਬੈਰਾਗੀ, ਫਿਰ ਉਹਦੇ ਸਿਫਤਾਂ ਦੇ ਵਿੱਚ ਤੁਸੀਂ ਜੁੜ ਜਾਓਗੇ। ਜਨਮ ਜੂਏ ਜਨਮ ਨਾ ਹਾਰੈ, ਫਿਰ ਉਹ ਜੂਏ ਦੇ 'ਚ ਬਾਜੀ ਹਾਰ ਕੇ ਨਹੀਂ ਜਾਂਦਾ। ਇਹ ਵੀ ਇੱਕ ਜੂਆ ਹੈ ਸੰਸਾਰ, ਅਸੀਂ ਬਾਜੀ ਖੇਡਣ ਆਏ ਹਾਂ। ਕਈ ਜਿਹੜੇ ਪਰਮਾਤਮਾ ਤੋਂ ਵਿਛੜੇ ਹੀ ਰਹਿੰਦੇ ਨੇ ਉਹ ਬਾਜੀ ਹਾਰ ਜਾਂਦੇ ਨੇ, ਪਰ ਜਿਹੜੇ ਸਤ ਸੰਗਤ ਵਿੱਚ ਆ ਕੇ ਇਸ ਬਾਜੀ ਨੂੰ ਖੇਲਦੇ ਨੇ, ਇਸ ਜੂਏ ਨੂੰ ਖੇਲਦੇ ਨੇ, ਦਾਅ 'ਤੇ ਲਾ ਦਿੰਦੇ ਨੇ, ਤਨ ਮਨ ਧਨ ਸਭ ਸੌਂਪ ਗੁਰ ਕੋ, ਉਹ ਬਾਜੀ ਜਿੱਤ ਜਾਂਦੇ ਨੇ। ਤੋ ਮਹਾਰਾਜ ਕਹਿੰਦੇ ਨੇ ਜਨ ਨਾਨਕ ਬੋਲੇ ਤੀਜੀ ਲਾਵੈ ਹਰ ਉਪਜੈ ਮਨ ਬੈਰਾਗ ਜੀਓ। ਸੋ ਅੱਜ ਮਹਾਰਾਜ ਨੇ ਤੀਜੀ ਲਾਭ ਬਾਰੇ ਅਸੀਂ ਮਿਲ ਬੈਠ ਕੇ ਸਾਂਝ ਕੀਤੀ ਹੈ। ਤੋ ਗੁਰੂ ਮਹਾਰਾਜ ਕਿਰਪਾ ਕਰਨ, ਸਾਡੇ 'ਤੇ ਰਹਿਮਤਾਂ ਵਰਤਾਉਣ। ਇਹ ਜੋ ਲਾਭ ਹੈ ਅਸੀਂ ਹਿਰਦੇ ਵਿੱਚ ਵਸ ਜਾਏ, ਤਾਂ ਕਿ ਸਾਡੇ ਗ੍ਰਸਤ ਜੀਵਨ ਦੇ ਨਾਲ ਨਾਲ ਉਸ ਪ੍ਰਭੂ ਪਰਮਾਤਮਾ ਦੇ ਨਾਲ ਵੀ ਮਿਲਾਪ ਹੋ ਜਾਏ। ਹੁਣ ਅਗਲੇ ਹਫਤੇ ਜੇ ਮਹਾਰਾਜ ਨੇ ਸਵਾਸ ਬਖਸ਼ੇ, ਅਸੀਂ ਉਸ ਚੌਥੀ ਲਾਭ ਬਾਰੇ ਜੋ ਮਹਾਰਾਜ ਨੇ ਕੀ ਬਖਸ਼ਿਸ਼ ਕੀਤੀ ਹੈ ਮਿਲ ਬੈਠ ਕੇ ਸਾਂਝ ਕਰਾਂਗੇ। ਇੱਕ ਨਹੀਂ ਅਨੇਕਾਂ ਭੁੱਲਾਂ ਹੋਈਆਂ ਨੇ,